ਨਵਜੋਤ ਸਿੰਘ ਸਿੱਧੂ ਦੀ ਇੱਕ ਸਿੱਧੀ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅਤੀ ਮਹੱਤਵਕਾਂక్షੀ ਆਦਮੀ ਹੈ, ਜਿਹਨੂੰ ਹਮੇਸ਼ਾ ਉਹ ਆਪਣੇ ਬਾਰੇ ਸੋਚਦਾ ਹੈਗਾ। ਗੱਲ ਤਾਂ ਮੁੱਖ ਮੰਤਰੀ ਦੀ ਹੈ, ਕਦੇ ਉਹ ਲੰਚ ਕਰਨ ਚਲੇ ਜਾਂਦੇ ਨੇ ਮੁੱਖ ਮੰਤਰੀ ਜੀ ਨਾਲ, ਤੇ ਕਦੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਕਦੇ ਉਹਨਾਂ ਦੇ ਕੰਮ ਤੇ ਸਵਾਲੀਆ ਨਿਸ਼ਾਨ ਖੜੇ ਕਰ ਲੈਂਦੇ ਨੇ। ਹਰਿਆਣਾ ਬੀਜੇਪੀ ਦੇ ਲੀਡਰ ਵੀ ਤਾਂ ਕਈ ਵਾਰੀ ਦੇਖੇ ਗਏ ਨੇ ਰਾਮ ਰਹੀਮ ਦੀ ਸਟੇਜ ਤੇ। ਕਿਸਾਨ ਅੰਦੋਲਨ ਦੇ ਅੰਦਰ ਕਿਤੇ ਨਾ ਕਿਤੇ ਉਹ ਸਮਾਜ ਵਿਰੋਧੀ ਤੱਤ ਨੇ ਜਿਹੜੇ ਇਹ ਕਿਸਾਨਾਂ ਦੇ ਅੰਦੋਲਨ ਨੂੰ ਸਿਰੇ ਨਹੀਂ ਚੜ੍ਹਨ ਦੇਣਾ ਚਾਹੁੰਦੇ, ਜਿਹੜੇ ਕਿਸਾਨ ਦੇ ਇਸ ਮੂਵਮੈਂਟ ਦੇ ਵਿੱਚ ਖਲਲ ਪਾ ਰਹੇ ਨੇ ਔਰ ਇਸ ਮੂਵਮੈਂਟ ਨੂੰ ਕਿਸੇ ਹੋਰ ਪਾਸੇ ਵੱਲ ਲਿਜਾਣਾ ਚਾਹੁੰਦੇ ਨੇ। ਫਿਰ ਇਲਜ਼ਾਮ ਤਾਂ ਬੀਜੇਪੀ ਵਾਲਿਆਂ ਤੇ ਲੱਗ ਰਹੇ ਨੇ ਗੁੰਮਰਾਹ ਕਰਨ ਦੇ। ਉਹ ਸਿਰਫ ਖਜ਼ਾਨਾ ਖਾਲੀ ਦਾ ਰੌਲਾ ਪਾਈ ਜਾਂਦੇ ਨੇ, ਜਦੋਂ ਕਿ ਆਪਣੇ ਵਾਸਤੇ ਉਹਨਾਂ ਦੇ ਮੰਤਰੀਆਂ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਖਜ਼ਾਨਾ ਖਾਲੀ ਨਹੀਂ। ਸਾਰੇ ਉਹ ਜੋ ਐਸ਼ ਪ੍ਰਸਤੀ ਉਹਨਾਂ ਦੀ ਚੱਲ ਰਹੀ ਹੈ, ਕੈਪਟਨ ਸਾਹਿਬ ਆਪਣੇ ਫਾਰਮ ਹਾਊਸ ਚੋਂ ਨਿਕਲਦੇ ਘਰਾੜੇ ਮਾਰ ਕੇ ਸੋ ਰਹੇ, ਉਹਨਾਂ ਨੂੰ ਕਿਸੇ ਗੱਲ ਦਾ ਮਤਲਬ ਹੀ ਨਹੀਂ ਹੈਗਾ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ, ਮੈਂ ਸੁਨੀਲ ਕੁਮਾਰ। ਗੱਲ ਕਰਾਂਗੇ ਅੱਜ ਪੰਜਾਬ ਦੇ ਭਖਦੇ ਸਿਆਸੀ ਮਸਲਿਆਂ ਦੇ ਨਾਲ ਹੋਰ ਵੀ ਰਾਸ਼ਟਰੀ ਕਈ ਮਸਲੇ ਨੇ ਜਿਹੜੇ ਉੱਠ ਰਹੇ ਨੇ। ਸਾਡੇ ਨਾਲ ਪੰਜਾਬ ਭਾਜਪਾ ਦੇ ਮਹਾਮੰਤਰੀ ਜੀਵਨ ਗੁਪਤਾ ਸਾਹਿਬ ਇਸ ਵੇਲੇ ਸਟੂਡੀਓ ਮੌਜੂਦ ਨੇ। ਗੁਪਤਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜਗਬਾਣੀ ਤੇ। ਨਮਸਕਾਰ, ਸਤਿ ਸ਼੍ਰੀ ਅਕਾਲ ਸਭ ਮੇਰੇ ਜੋ ਦਰਸ਼ਕ ਦੇਖ ਰਹੇ ਨੇ। ਗੁਪਤਾ ਸਾਹਿਬ, ਇੱਕ ਤਾਂ ਸਿੱਧੇ ਤਰੀਕੇ ਤੇ ਜਿਸ ਤਰੀਕੇ ਨਾਲ ਕਿਸਾਨੀ ਮਸਲਾ ਗਰਮਾ ਰਿਹਾ, ਥੋੜੀ ਕਿ ਦੇਰ ਪਹਿਲਾਂ ਕਿਸਾਨਾਂ ਨੇ ਮੁੜ ਤੋਂ ਪ੍ਰੈਸ ਕਾਨਫਰੰਸ ਕੀਤੀ ਆ, ਰਾਜੇਵਾਲ ਸਾਹਿਬ ਆਪ ਆਏ, ਕਹਿੰਦੇ ਵੱਡੇ ਪੱਧਰ ਤੇ ਭਾਜਪਾ ਦਾ ਘਿਰਾਓ ਕਰਨਗੇ। ਖੱਟਰ ਸਾਹਿਬ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਵੈਕਸੀਨ ਨੂੰ ਲੈ ਕੇ, ਤੇ ਹੁਣ ਮੀਟਿੰਗ ਦੀ ਗੱਲ ਵੀ ਕਹੀ, ਚਿੱਠੀ ਲਿਖੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਮੀਟਿੰਗ ਦਾ ਵਕਤ ਦਿਓ। ਲੇਕਿਨ ਕੀ ਲੱਗਦਾ ਕਿ ਭਾਜਪਾ ਇਹੋ ਦੇ ਵਿੱਚ ਕਿੱਥੇ ਆ ਕੇ ਖੜ ਗਈ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਕਿ ਆ ਮੀਟਿੰਗ ਦਾ ਸਮਾਂ ਮਿਲੇਗਾ? ਦੇਖੋ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਔਰ ਸਾਡੀ ਪਾਰਟੀ ਦੇ ਕੌਮੀ ਪ੍ਰਧਾਨ ਨੱਡਾ ਜੀ ਨੇ ਵੀ ਇਹਦੇ ਉੱਤੇ ਬੜੀ ਸਪਸ਼ਟ ਤੌਰ ਤੇ ਕਿਹਾ ਹੈ ਕਿ ਪਾਰਟੀ ਔਰ ਕੇਂਦਰ ਸਰਕਾਰ, ਕਿਉਂਕਿ ਗੱਲ ਤਾਂ ਸਾਰੀ ਕੇਂਦਰ ਸਰਕਾਰ ਨਾਲ ਹੋਣੀ ਹੈ, ਔਰ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨਾਲ ਹਰ ਸਮੇਂ ਗੱਲਬਾਤ ਕਰਨ ਨੂੰ ਤਿਆਰ ਹੈ। ਔਰ ਕੱਲ੍ਹ ਪਤਾ ਲੱਗਿਆ ਕਿ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਪੱਤਰ ਲਿਖਿਆ ਪ੍ਰਧਾਨ ਮੰਤਰੀ ਜੀ ਨੂੰ, ਅਤੇ ਮੈਨੂੰ ਐਸੀ ਪੂਰਨ ਉਮੀਦ ਹੈ ਕਿ ਇਹਦੇ ਸਾਰਥਕ ਰਿਜ਼ਲਟ ਨਿਕਲਣਗੇ ਔਰ ਨਿਸ਼ਚਿਤ ਰੂਪ 'ਚ ਕੇਂਦਰ ਸਰਕਾਰ ਕੁਛ ਨਾ ਕੁਛ ਇਹਦੇ 'ਤੇ ਕਦਮ ਚੁੱਕੇਗੀ ਔਰ ਦੋਨੇ ਬੈਠਣਗੇ ਆਪਸ 'ਚ ਪਕਸ਼, ਉੱਧਰੋਂ ਜਥੇਬੰਦੀਆਂ ਵੀ ਬੈਠਣਗੀਆਂ ਅਤੇ ਕੇਂਦਰ ਸਰਕਾਰ ਵੀ ਬੈਠੇਗੀ ਔਰ ਸਾਰਥਕ ਨਤੀਜੇ ਨਿਕਲਣ ਦੀ ਆਸ ਹੈ। ਲੇਕਿਨ 26 ਤਰੀਕ ਨੂੰ ਐਲਾਨ ਕਰਤਾ ਕਿ ਕਾਲੀਆਂ ਝੰਡੀਆਂ ਦਿਖਾ ਕੇ ਪ੍ਰੋਟੈਸਟ ਕਰਨਗੇ, ਭਾਜਪਾ ਲੀਡਰਾਂ ਦਾ ਘਿਰਾਓ ਕਰਨਗੇ। ਤੁਹਾਨੂੰ ਪਤਾ ਹੀ ਹੋਏਗਾ ਮੱਧ ਪ੍ਰਦੇਸ਼ ਦੀ ਖੇਤੀਬਾੜੀ ਮੰਤਰੀ ਦਾ ਘਿਰਾਓ ਹੋਇਆ। ਪੰਜਾਬ 'ਚ ਤੱਕ ਕਾਫੀ ਲੰਬੇ ਸਮੇਂ ਤੋਂ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਇਹੋ ਦੇ ਵਿੱਚ ਸਾਰਥਕ ਜਾਂ ਸਕਾਰਾਤਮਕ ਪ੍ਰਭਾਵ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਚੋਣਾਂ ਵੀ ਮਾਹੌਲ ਵੀ ਬਣ ਰਿਹਾ, ਤਾਂ ਕਿੱਦਾਂ ਸਕਾਰਾਤਮਕ ਦ੍ਰਿਸ਼ਟੀ ਨਾਲ ਦੇਖਿਆ ਜਾਏ? ਦੇਖੋ, ਕਿਸਾਨ ਜਥੇਬੰਦੀਆਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਉਦੋਂ ਤੋਂ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਦੇ ਵਿੱਚ ਵੀ ਕਈ ਜਗ੍ਹਾ 'ਤੇ ਉਹਨਾਂ ਨੇ ਸਾਡੇ ਨੇਤਾਵਾਂ ਦਾ ਘਿਰਾਓ ਕੀਤਾ ਹੈਗਾ। ਉਹ ਲੋਕਤਾਂਤਰਿਕ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਨੇ ਜਾਂ ਉਹਨਾਂ ਨੇ ਅੱਗੇ ਵੀ ਕਰਨਾ ਹੈ, ਇਹਦੇ 'ਤੇ ਸਾਡਾ ਕਿਸੇ ਤਰ੍ਹਾਂ ਦਾ ਕਦੇ ਵੀ ਕੋਈ ਪ੍ਰਸ਼ਨ ਨਹੀਂ ਰਿਹਾ ਹੈਗਾ। ਉਹ ਕਰਨ, ਉਹਨਾਂ ਦਾ ਅਧਿਕਾਰ ਹੈਗਾ। ਪ੍ਰਸ਼ਨ ਜਿਹੜਾ ਆਉਂਦਾ ਹੈਗਾ ਕਿ ਜਿੱਥੇ ਜਿਹੜੇ ਸਮਾਜ ਵਿਰੋਧੀ ਤਾਕਤਾਂ ਹੈ, ਜਿਹੜੀਆਂ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਭੰਗ ਕਰਨਾ ਚਾਹੁੰਦੀਆਂ, ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ, ਜਦੋਂ ਉਹ ਤਾਕਤਾਂ ਕਿਸਾਨਾਂ ਦੀ ਆੜ ਦੇ ਵਿੱਚ ਦੁਰਵਿਵਹਾਰ ਕਰਦੀਆਂ, ਜਿੱਥੋਂ ਤੱਕ ਕਾਲੇ ਝੰਡੇ ਲਗਾ ਕੇ ਅੰਦੋਲਨ ਕਰਨਾ ਹੈ, ਜਿੱਥੋਂ ਤੱਕ ਅਸੀਂ ਕਿਤੇ ਧਰਨਾ ਲਗਾਉਣਾ ਹੈ, ਕਿਸਾਨ ਜਥੇਬੰਦੀਆਂ ਲਗਾ ਰਹੀਆਂ, ਅਤੇ ਮੈਂ ਸਮਝਦਾ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ। ਪਰ ਜਦੋਂ ਅਪੱਧਰਤਾ, ਦੁਰਵਿਵਹਾਰ, ਅਮਲੋੜ ਦੇ ਅੰਦਰ ਸਾਡੇ ਵਿਧਾਇਕ MLA ਸਾਹਿਬ ਨਾਲ ਜੋ ਘਟਨਾ ਵਾਪਰੀ ਹੈ, 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਅੰਦਰ ਜੋ ਘਟਨਾ ਵਾਪਰੀ ਹੈ, ਟਿੱਕਰੀ ਬਾਰਡਰ ਦੇ ਉੱਪਰ ਇੱਕ ਲੜਕੀ ਨਾਲ ਗੈਂਗ ਰੇਪ ਹੋ ਜਾਂਦਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਰਸਾਉਂਦੀਆਂ ਕਿ ਇਹ ਕਿਸਾਨ ਅੰਦੋਲਨ ਦੇ ਅੰਦਰ ਕਿਤੇ ਨਾ ਕਿਤੇ ਉਹ ਰਾਜਨੀਤਿਕ ਜਿਹੜੇ ਸਮਾਜ ਵਿਰੋਧੀ ਤੱਤ ਨੇ, ਜਿਹੜੇ ਇਹ ਕਿਸਾਨਾਂ ਦੇ ਅੰਦੋਲਨ ਨੂੰ ਸਿਰੇ ਨਹੀਂ ਚੜ੍ਹਨ ਦੇਣਾ ਚਾਹੁੰਦੇ, ਜਿਹੜੇ ਕਿਸਾਨ ਦੇ ਇਸ ਮੂਵਮੈਂਟ ਦੇ ਵਿੱਚ ਖਲਲ ਪਾ ਰਹੇ ਨੇ ਔਰ ਇਸ ਮੂਵਮੈਂਟ ਨੂੰ ਕਿਸੇ ਹੋਰ ਪਾਸੇ ਵੱਲ ਲਿਜਾਣਾ ਚਾਹੁੰਦੇ ਨੇ, ਉੱਥੇ ਫਿਰ ਜਿਹੜਾ ਹੈਗਾ ਉੱਥੇ ਸਾਡੀ ਲੀਡਰਸ਼ਿਪ ਦਾ ਵੀ ਜਾਂ ਆਮ ਪਬਲਿਕ ਦਾ ਵੀ, ਆਮ ਜਨਤਾ ਦਾ ਵੀ ਜਿਹੜਾ ਮੈਸੇਜ ਆਉਂਦਾ ਉਹ ਬੜਾ ਮਾੜਾ ਉਹਨਾਂ 'ਤੇ ਪ੍ਰਭਾਵ ਕਿਸਾਨ ਜਥੇਬੰਦੀਆਂ 'ਤੇ ਪੈਂਦਾ ਇਹਨਾਂ ਗੱਲਾਂ ਦਾ। ਕਿਸਾਨ ਜਥੇਬੰਦੀਆਂ ਦੇਖੋ, ਕਰੋਨਾ ਮਹਾਮਾਰੀ ਸਥਿਤੀ ਦੇਖੋ, ਦੇਸ਼ ਦੀ ਕੇਂਦਰ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਹਰਿਆਣਾ ਹੋਵੇ, ਜੋ ਵੀ ਹੋਵੇ, ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਅਸੀਂ ਖੱਟਰ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਵੈਕਸੀਨੇਸ਼ਨ ਜੇਕਰ ਉਹਨਾਂ ਨੇ ਕਰਵਾਉਣੀ ਹੈ ਕਰਵਾ ਲੈਣ, ਅਤੇ ਸਾਨੂੰ ਕੋਈ ਉੱਥੋਂ ਸਹਿਯੋਗ ਨਹੀਂ ਮਿਲਿਆ। ਕੇਂਦਰ ਵੱਲੋਂ ਵੀ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਉੱਥੇ ਕਰੋਨਾ ਕਿਸਾਨ
ਕਿਸਾਨ ਜਥੇਬੰਦੀਆਂ ਦੇ ਆਗੂ ਮਨਾ ਕਰ ਰਹੇ ਨੇ ਕਿ ਟਿੱਕਰੀ ਬਾਰਡਰ ਹੋਵੇ ਜਾਂ ਬਾਕੀ ਸਿੰਘੂ ਬਾਰਡਰ ਹੋਵੇ, ਕੋਈ ਬਾਰਡਰ ਹੋਵੇ ਜਾਂ ਕਿਸੇ ਵੀ ਥਾਂ ਤੇ ਉੱਥੇ ਕਰੋਨਾ ਹੈ ਹੀ ਨਹੀਂ। ਸਿਰਫ ਭਾਜਪਾ ਵਾਲਿਆਂ ਦੀ ਚਾਲ ਹੈ ਕਿ ਇਸ ਅੰਦੋਲਨ ਨੂੰ ਜਿਹੜਾ ਉਹ ਗੁੰਮਰਾਹ ਕੀਤਾ ਜਾਏ ਜਾਂ ਇਹਨੂੰ ਜਿਹੜੀ ਇਹ ਇੱਕ ਰੇਲ ਪਟੜੀ ਤੇ ਚੱਲ ਰਿਹਾ ਉਹਨੂੰ ਉਸ ਲੈ ਤੇ ਲਾ ਦਿੱਤਾ ਜਾਵੇ। ਇਹੋ ਜਿਹੇ ਇਲਜ਼ਾਮ ਤਾਂ ਲੱਗ ਰਹੇ ਨੇ ਫਿਰ ਬੀਜੇਪੀ ਵਾਲਿਆਂ ਤੇ। ਦੇਖੋ, ਇਹ ਬੜਾ ਸਪਸ਼ਟ ਜਿਹਾ ਹੈਗਾ ਕਿ ਕਰੋਨਾ ਦੀ ਮਹਾਮਾਰੀ ਤਾਂ ਬੜੀ ਜ਼ਬਰਦਸਤ ਫੈਲੀ ਹੋਈ ਹੈ। ਇਹੀ ਕੁਛ ਕਿਸਾਨ ਜਥੇਬੰਦੀਆਂ ਦੇ ਕੁਝ ਨੇਤਾ ਸੀਗੇ ਜਿਹੜੇ ਕਹ ਰਹੇ ਸੀ ਕਰੋਨਾ ਹੈ ਹੀ ਨਹੀਂ, ਜਾਂ ਜਿਹੜੀ ਵੈਕਸੀਨ ਹੈ ਉਹ ਵੈਕਸੀਨ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਹ ਮੋਦੀ ਵੈਕਸੀਨ ਹੈ, ਇਹਨੂੰ ਲਾਉਣ ਨਾਲ ਕਿਸੇ ਤਰ੍ਹਾਂ ਦਾ ਕਰੋਨਾ ਠੀਕ ਨਹੀਂ ਹੋਣਾ ਹੈਗਾ। ਤੇ ਅੱਜ ਉਹੀ ਕਿਸਾਨ ਜਥੇਬੰਦੀਆਂ ਨੇ, ਉਹ ਸਾਰੇ ਲੀਡਰਾਂ ਨੇ ਵੀ ਦੇਖਿਆ ਕਿ ਕਰੋਨਾ ਕਿੰਨੇ ਬੁਰੇ ਢੰਗ ਨਾਲ ਇਹ ਫੈਲਿਆ ਪੂਰੇ ਹਿੰਦੁਸਤਾਨ 'ਚ ਔਰ ਪੰਜਾਬ 'ਚ ਵੀ ਫੈਲਿਆ ਹੈਗਾ। ਔਰ ਐਸੀਆਂ ਖਬਰਾਂ ਵੀ ਹੈਗੀਆਂ ਜੋ ਕੇਂਦਰ ਸਰਕਾਰ ਦੇ ਮੰਤਰੀ ਵੀ ਕਹਿ ਰਹੇ ਨੇ ਕਿ ਉਸ ਧਰਨੇ 'ਚੋਂ ਜਿਹੜੇ ਕਿਸਾਨ ਦੁਆਰਾ ਪਿੰਡਾਂ 'ਚ ਆਏ ਨੇ ਉਹਨਾਂ ਨੇ ਆ ਕੇ ਪਿੰਡਾਂ ਦੇ ਅੰਦਰ ਕਰੋਨਾ ਨੂੰ ਫੈਲਾਇਆ। ਇਸ ਤੋਂ ਪਹਿਲਾਂ ਤਾਂ ਪੰਜਾਬ 'ਚ ਪਿੰਡਾਂ ਦੇ ਅੰਦਰ ਕਰੋਨਾ ਹੀ ਨਹੀਂ ਸੀਗਾ। ਸੋ ਇਹ ਗੱਲ ਨੂੰ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਵੀ ਸਮਝਣਾ ਚਾਹੀਦਾ ਇਸ ਗੱਲ ਦੇ ਕਿ ਜਾਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਉਹਨਾਂ ਦਾ ਅੰਦੋਲਨ ਚੱਲ ਰਿਹਾ, ਉਹ ਵਿਰੋਧ ਕਰ ਰਹੇ ਨੇ, ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਉਹ ਸਾਰੀਆਂ ਗੱਲਾਂ ਇੱਕ ਹੈਗੀਆਂ। ਬਟ ਸਾਨੂੰ ਇਸ ਗੱਲ ਨੂੰ ਧਿਆਨ 'ਚ ਰੱਖਣਾ ਪਊਗਾ ਕਿ ਭਾਈ ਸਾਡੇ ਵੀਰ ਨੇ, ਸਾਡੇ ਭਰਾ ਨੇ, ਕਿ ਤੁਸੀਂ ਘੱਟੋ ਘੱਟ ਉਹਨਾਂ ਲੋਕਾਂ ਦੀ ਜਾਨ ਬਚਾਉਣ ਦੀ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦੀਆਂ ਦੀ ਹੈਗੀ ਹੈ। ਅਤੇ ਇਸ ਕਰਕੇ ਬਾਰ-ਬਾਰ ਸਰਕਾਰਾਂ ਵੀ ਉਹਨਾਂ ਨੂੰ ਅਪੀਲ ਕਰ ਰਹੀਆਂ ਸੀ ਕਿ ਤੁਸੀਂ ਇਸ ਅੰਦੋਲਨ ਨੂੰ ਹਟਾਓ ਜਾਂ ਘਟਾਓ। ਜਦੋਂ ਇਹ ਕਰੋਨਾ ਖਤਮ ਹੋ ਜਾਊਗਾ ਫਿਰ ਜਾ ਕੇ ਅੰਦੋਲਨ ਸ਼ੁਰੂ ਕਰ ਲਿਓ। ਅੰਦੋਲਨ ਦੇ ਤਾਂ ਬੜੇ ਰਾਹ ਨੇ, ਅੰਦੋਲਨ ਕਰਨ ਵਾਸਤੇ ਕੋਈ ਇਹ ਤਾਂ ਹੈ ਨਹੀਂ ਕਿ ਦੁਬਾਰਾ ਉਹ ਫਿਰ ਕਿਤੇ ਜਾ ਕੇ ਸ਼ੁਰੂ ਹੋ ਸਕਦਾ ਹੈਗਾ। ਇੱਥੋਂ ਤੱਕ ਸਰਕਾਰ ਨੇ ਅਪੀਲਾਂ ਕੀਤੀਆਂ ਸੀਗੀਆਂ ਉਹਨਾਂ ਨੂੰ। ਜਿੱਥੋਂ ਤੱਕ ਹਰਿਆਣਾ ਗੌਰਮੈਂਟ ਨੂੰ ਉਹਨਾਂ ਨੇ ਕੋਈ ਅਪੀਲ ਕੀਤੀ ਹੈ ਜਾਂ ਵੈਕਸੀਨ ਤਾਂ ਪੰਜਾਬ 'ਚ ਵੀ ਸਾਰੇ ਪਾਸੇ ਲੱਗ ਰਹੀ ਹੈ, ਵੈਕਸੀਨ ਹਰਿਆਣੇ 'ਚ ਵੀ ਸਾਰੇ ਪਾਸੇ ਲੱਗਦੀ ਹੈ। ਉਹਦਾ ਬੜਾ ਇੱਕ ਸਰਲ ਤਰੀਕਾ ਹੈਗਾ, ਆਧਾਰ ਕਾਰਡ ਦਿਖਾਉਣਾ ਹੈ ਅਤੇ ਜਾ ਕੇ ਲੱਗ ਜਾਣੀ ਹੈ। ਉਹ ਪਰਟੀਕੂਲਰ ਉੱਥੇ ਸਰਕਾਰਾਂ ਤੋਂ ਮੰਗ ਕੀਤੀ ਕਿ ਤੁਸੀਂ ਇੱਥੇ ਵੈਕਸੀਨ ਆ ਕੇ ਲਗਾਓ ਜਾਂ ਕੀ ਕਰੋ, ਉਹਦੇ ਵਿੱਚ ਇੱਕ ਪ੍ਰੋਸੈਸ ਹੁੰਦਾ, ਉਹ ਪ੍ਰੋਸੈਸ ਨੂੰ ਸਾਨੂੰ ਧਿਆਨ 'ਚ ਰੱਖਣਾ ਪੈਣਾ ਨਾ। ਇਸ ਕਰਕੇ ਮੈਂ ਸਮਝਦਾ ਕਿ ਜੇ ਕੋਈ ਅੰਦੋਲਨ 'ਚ ਜਾ ਵੀ ਰਿਹਾ ਤੇ ਪੰਜਾਬ 'ਚ ਤਾਂ ਬੜੇ ਲੰਬੇ ਸਮੇਂ ਤੋਂ ਵੈਕਸੀਨ ਦੇ ਕੈਂਪ ਚੱਲ ਰਹੇ ਸੀ। ਇੱਥੇ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾਵਾਂ ਨੇ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਵੀ ਇਹਨੂੰ ਗੰਭੀਰਤਾ ਨਹੀਂ ਲਿੱਤਾ। ਔਰ ਜਦੋਂ ਵੈਕਸੀਨ ਇਹਨਾਂ ਕੋਲ, ਤੁਹਾਡੇ ਧਿਆਨ 'ਚ ਰਹੇ ਕਿ ਸ਼ੁਰੂਆਤੀ ਦੌਰ ਦੇ ਅੰਦਰ ਤਾਂ 2 ਲੱਖ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਵੈਕਸੀਨ ਖਰਾਬ ਹੋ ਕੇ ਚਲੀ ਗਈ, ਡੇਟ ਐਕਸਪਾਇਰ ਹੋ ਗਈ, ਉਹਦਾ ਟਾਈਮ ਹੁੰਦਾ, ਇੱਕ ਟਾਈਮ ਤੋਂ ਬਾਅਦ ਐਕਸਪਾਇਰ ਹੋ ਕੇ ਚਲੀ ਗਈ। ਔਰ ਉਸ ਤੋਂ ਬਾਅਦ ਜਦੋਂ ਬੀਜੇਪੀ ਦੇ ਕਾਰਿਆਕਰਤਾਵਾਂ ਨੇ ਇੱਥੇ ਬੜੇ ਲੰਬੇ ਪੱਧਰ, ਵੱਡੇ ਪੱਧਰ ਦੇ ਉੱਪਰ ਇਹਦੇ 'ਤੇ ਕੈਂਪ ਲਗਾਉਣੇ ਸ਼ੁਰੂ ਕੀਤੇ ਔਰ ਲੋਕਾਂ ਦਾ ਰੁਝਾਨ ਜਦੋਂ ਕਰੋਨਾ ਵਧਿਆ ਇੱਕਦਮ ਇਹਦੇ ਵੱਲ ਹੋਰ ਬੜੇ ਉਹਦੇ ਨਾਲ ਵਧਿਆ ਕਿ ਰਿਜ਼ਲਟ ਬੜੇ ਸਾਰਥਕ ਆਏ ਕਿ ਜਿਨ੍ਹਾਂ ਦਾ 2 ਵਾਰੀ ਟੀਕਾਕਰਨ ਹੋ ਚੁੱਕਿਆ ਉਹ ਇਸ ਮਹਾਮਾਰੀ ਤੋਂ ਉਹਨਾਂ ਦਾ ਬਚਾਅ ਹੈਗਾ। ਉਸ ਤੋਂ ਬਾਅਦ ਲੋਕਾਂ ਦਾ ਰੁਝਾਨ ਇੱਕਦਮ ਵਧਿਆ ਇਹਦੇ ਵੱਲ। ਸੋ ਮੈਂ ਤਾਂ ਇਹ ਉਹੀ ਟਕੈਤ ਸਾਹਿਬ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜੀ ਮੋਦੀ ਵੈਕਸੀਨ ਨਹੀਂ ਲਗਵਾਉਣੀ, ਇਹ ਵੈਕਸੀਨ ਦਾ ਕੋਈ ਮਤਲਬ ਨਹੀਂ, ਉਹਨਾਂ ਨੇ ਆਪ ਵੀ ਲਗਵਾ ਲਈ। ਸੋ ਇਹ ਕੁੱਲ ਮਿਲਾ ਕੇ ਇਹ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ। ਜਨਤਾ ਨੂੰ ਗੁੰਮਰਾਹ ਕਰਨ ਦਾ ਤੁਸੀਂ ਵੀ ਗੱਲ ਕਹਿ ਰਹੇ ਕਿ ਕਿਸਾਨ ਲੀਡਰ ਕਰ ਰਹੇ ਨੇ, ਜੋ ਵੀ ਕਰ ਰਹੇ ਨੇ, ਲੇਕਿਨ ਜਨਤਾ ਦੇ ਵਿੱਚ ਤੁਸੀਂ ਕਿਵੇਂ ਜਾਓਗੇ? ਕਿਉਂਕਿ ਥਾਂ ਥਾਂ ਤੇ ਤਾਂ ਬੀਜੇਪੀ ਵਾਲਿਆਂ ਨੂੰ ਇਸ ਵੇਲੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ, ਕਿਉਂਕਿ ਪੰਜਾਬ ਦੀ ਸਿਆਸੀ ਫਿਜ਼ਾਵਾਂ ਦੇ ਵਿੱਚ ਉੱਠਦੇ ਕਈ ਸਵਾਲ ਨੇ, ਸਾਰਿਆਂ ਤੇ ਗੱਲ ਕਰੂੰਗਾ, ਲੇਕਿਨ ਬੀਜੇਪੀ ਆਉਂਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਕਾਊਂਟਡਾਊਨ ਹੌਲੀ ਹੌਲੀ ਸ਼ੁਰੂ ਹੋ ਰਿਹਾ ਵਿਧਾਨ ਸਭਾ ਚੋਣਾਂ ਦਾ, ਤਾਂ ਕਿੱਦਾਂ ਇੱਕ ਬੂਥ ਲੈਵਲ ਤੇ ਜਾ ਕੇ, ਜ਼ਿਲ੍ਹੇ ਲੈਵਲ ਤੇ ਜਾ ਕੇ ਬੀਜੇਪੀ ਇਸ ਵਿਰੋਧ ਦਾ ਸਾਹਮਣਾ ਕਿਵੇਂ ਕਰੇਗੀ? ਦੇਖੋ, ਸਾਡਾ ਕੋਈ ਕੰਮ ਬੰਦ ਨਹੀਂ ਹੋਇਆ ਅਸੀਂ ਰੈਗੂਲਰ ਜੋ ਕੋਵਿਡ ਦੀਆਂ ਗਾਈਡਲਾਈਨਸ ਨੇ ਸਰਕਾਰ ਦੀਆਂ, ਉਹਦਾ ਧਿਆਨ ਰੱਖਦੇ ਹੋਏ ਅਸੀਂ ਆਪਣਾ ਕੰਮ ਕਰ ਰਹੇ ਹਾਂ। ਸਾਡੇ ਬਾਰੇ ਤਾਂ ਪਹਿਲਾਂ ਕਿਹਾ ਜਾ ਸਕਦਾ ਸੀ ਕਿ ਲੋਕਲ ਬਾਡੀ ਚੁਣਾਵ ਜਿਹੜੇ ਨਿਕਲ ਕੇ ਗਏ ਆ, ਨਗਰ ਨਿਗਮ ਦੇ, ਪੰਚਾਇਤ, ਆਪਣਾ ਨਗਰ ਪਾਲਿਕਾ ਦੇ ਚੁਣਾਵ ਨਿਕਲ ਗਏ ਕਿ ਜੀ ਬੀਜੇਪੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਹੋਣੇ। ਅਸੀਂ 1200 ਤੋਂ ਜ਼ਿਆਦਾ ਕੈਂਡੀਡੇਟ ਸਾਰੇ ਵਾਰਡਾਂ 'ਚ ਖੜ੍ਹੇ ਕੀਤੇ। ਚਲੋ, ਉੱਥੇ ਗੁੰਡਾਗਰਦੀ ਕਾਂਗਰਸ ਨੇ ਕੀਤੀ ਔਰ ਚੋਣ ਲੁੱਟੀ, ਉਹਦੇ ਕਰਕੇ ਰਿਜ਼ਲਟ ਬੇਸ਼ੱਕ ਸਾਡੇ ਵਾਸਤੇ ਜ਼ਿਆਦਾ ਵਧੀਆ ਨਹੀਂ ਆਏ। ਪਰ ਮੈਂ ਸਮਝਦਾ ਕਿ ਇਹ ਇੱਕ ਪ੍ਰਚਾਰ ਬੀਜੇਪੀ ਦੇ ਨਾ ਜਿਹੜਾ ਖਿਲਾਫ ਹੋ ਰਿਹਾ, ਉਹ ਇੱਕ ਬੜਾ ਪ੍ਰਯੋਜਿਤ ਪ੍ਰਚਾਰ ਹੈ। ਕਿਉਂਕਿ ਜਿਹੜੀਆਂ ਸਾਡੀਆਂ ਵਿਰੋਧੀ ਧਿਰ ਰਾਜਨੀਤਿਕ ਦਲ ਨੇ, ਉਹ ਹਮੇਸ਼ਾ ਇਹ ਗੱਲ, ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗ ਰਿਹਾ ਹੈ ਕਿ ਜਿਸ ਢੰਗ ਨਾਲ ਮੋਦੀ ਜੀ ਪੂਰੇ ਦੁਨੀਆ ਦੇ ਅੰਦਰ ਅੱਜ ਪੋਪੂਲਰ ਹੋ ਚੁੱਕੇ ਹੈ, ਜਿਸ ਢੰਗ ਨਾਲ ਉਹਨਾਂ ਨੇ ਦੇਸ਼ ਦੇ ਵਿੱਚ ਅੱਛੇ ਕੰਮ ਕੀਤੇ ਹੈ, ਦੇਸ਼ ਦੇ ਜਿਹੜਾ ਪਿਛੜਿਆ ਹੋਇਆ ਵਰਗ ਸੀ ਖਾਸ ਕਰਕੇ ਉਹਦੇ ਵਾਸਤੇ ਬੜੇ ਅੱਛੇ ਕੰਮ ਕੀਤੇ ਹੈ, ਜਿਹੜਾ ਦਲਿਤ ਸਮਾਜ ਸੀ ਜਿਹਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਦੇ ਵਾਸਤੇ ਕੰਮ ਕੀਤੇ ਹੈ। ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ, ਚਾਹੇ ਆਯੁਸ਼ਮਾਨ ਯੋਜਨਾ ਹੋਵੇ,
ਚਾਹੇ ਉਹ ਸਵੱਛ ਭਾਰਤ ਤਹਿਤ ਟਾਇਲਟਸ ਬਣਾਉਣ ਦੀ ਗੱਲ ਹੋਵੇ, ਚਾਹੇ ਉਹ ਗਰੀਬ ਆਦਮੀ ਦੇ ਖਾਤਿਆਂ 'ਚ 500 ਰੁਪਏ ਪਾਉਣ ਦੀ ਗੱਲ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਤੋਂ ਇੱਕ ਬੜਾ ਪ੍ਰਭਾਵ ਲੋਕਾਂ ਦੇ ਅੰਦਰ ਪਿਆ ਹੈਗਾ। ਤੇ ਇੱਥੇ ਦੇ ਰਾਜਨੀਤਿਕ ਦਲਾਂ ਨੂੰ ਇਹਨਾਂ ਚੀਜ਼ਾਂ ਤੋਂ ਡਰ ਲੱਗ ਰਿਹਾ ਸੀ ਕਿ ਜਦੋਂ ਕੋਈ ਵਿਕਲਪ ਅੱਛਾ ਪੰਜਾਬ ਦੀ ਜਨਤਾ ਨੇ ਕਈ ਸਭ ਪਾਰਟੀਆਂ ਨੂੰ ਦੇਖ ਲਿਆ, ਤੇ ਬੀਜੇਪੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਹਨੂੰ ਉਹ ਮੌਕਾ ਦੇਣਾ ਚਾਹੁੰਦੇ ਸੀ। ਸੋ ਉਹਨਾਂ ਨੇ ਇੱਕ ਬੜੇ ਪ੍ਰਯੋਜਿਤ ਢੰਗ ਦੇ ਨਾਲ ਇਹ ਪ੍ਰਚਾਰ ਸ਼ੁਰੂ ਕੀਤਾ, ਔਰ ਉਹਦੇ ਵਿੱਚ ਉਹਨਾਂ ਨੇ ਢਾਲ ਬਣਾਇਆ ਕਿਸਾਨ ਅੰਦੋਲਨ ਨੂੰ, ਔਰ ਕਿਸਾਨ ਅੰਦੋਲਨ ਨੂੰ ਢਾਲ ਬਣਾ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਸਾਡੇ ਖਿਲਾਫ ਇੱਕ ਪ੍ਰਚਾਰ ਪੰਜਾਬ ਦੇ ਅੰਦਰ ਕਰਤਾ। ਨਹੀਂ, ਪ੍ਰਯੋਜਿਤ ਤਰੀਕੇ ਨਾਲ ਕੱਲ ਕੌਣ ਰਿਹਾ? ਇਹਦੇ ਵਿੱਚ ਵੱਡੀ ਪੱਧਰ ਤੇ ਸਰਕਾਰ ਸ਼ਾਮਲ ਹੈ ਪੰਜਾਬ ਦੀ, ਔਰ ਇਹਦੇ ਤੇ ਆਮ ਆਦਮੀ ਪਾਰਟੀ ਦੇ ਲੋਕ ਸ਼ਾਮਲ ਨੇ ਜਿਹੜੇ ਕਿ ਹੁਣ ਸਾਹਮਣੇ ਆ ਰਹੇ ਨੇ। ਸੋ ਮੇਰਾ ਇਹ ਕਹਿਣਾ ਹੈਗਾ ਕਿ ਇਹ ਚੀਜ਼ ਹੁਣ ਸੱਚਾਈ ਤਾਂ ਅਸਲ 'ਚ ਸਾਹਮਣੇ ਆਣੀ ਹੈ, ਚਾਹੇ ਉਹ ਅੱਜ ਨਹੀਂ ਆਏ, ਕੱਲ੍ਹ ਆਏਗੀ, ਕੱਲ੍ਹ ਨਹੀਂ ਆਏਗੀ, ਪਰਸੋਂ ਆਏਗੀ। ਸੱਚਾਈ ਕੁਛ ਹੱਦ ਤੱਕ ਲੋਕਾਂ ਨੂੰ ਸਮਝ ਵੀ ਆਉਣ ਲੱਗ ਗਈ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਪ੍ਰਯੋਜਿਤ ਤਰੀਕੇ ਨਾਲ ਬੀਜੇਪੀ ਤੇ ਇਲਜ਼ਾਮ ਲਗਾ ਰਹੀ ਹੈ ਜਾਂ ਲੋਕਾਂ ਦੇ ਵਿੱਚ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ, ਲੇਕਿਨ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਆਪਸ ਦੇ ਵਿੱਚ ਇਸ ਵਕਤ ਕਾਟੋ ਕਲੇਸ਼ ਹੋਈ ਪਈ ਆ। ਨਹੀਂ, ਉਹ ਤਾਂ ਉਹਨਾਂ ਦੀ ਲੜਾਈ ਸਾਰੀ ਜਿਹੜੀ ਹੈ ਨਾ, ਉਹ ਪਾਵਰ ਦੀ ਆਪਸ 'ਚ ਉਹਨਾਂ ਦਾ ਜੁੱਤਮ ਜੁੱਤੀ ਜਿਹੜਾ ਚੱਲਦਾ ਪਿਆ, ਉਹ ਕੇਵਲ ਪਾਵਰ ਦੇ ਵਾਸਤੇ ਲੜ ਰਹੇ ਆ। ਉਹਨਾਂ ਦਾ ਅੱਜ ਵੀ ਜਦੋਂ ਉਹ ਤਾਂ ਹੁਣ ਉਹਨਾਂ ਦਾ ਅੰਦਰ ਵਾਲਾ ਮਾਮਲਾ ਉਜਾਗਰ ਹੋ ਗਿਆ। ਅੱਜ ਜੋ ਹਾਲਾਤ ਨੇ ਕਾਂਗਰਸ ਦੇ, ਅੱਜ ਕੋਵਿਡ ਦੇ ਨਾਲ ਪੰਜਾਬ ਸੂਬਾ ਤਰਾਹੀ ਤਰਾਹੀ ਕਰ ਰਿਹਾ ਹੈ। ਪੰਜਾਬ ਦੇ ਗਰੀਬ ਆਦਮੀ ਨੂੰ, ਪੰਜਾਬ ਦੀ ਜਨਤਾ ਨੂੰ, ਵਪਾਰੀ ਨੂੰ, ਦੁਕਾਨਦਾਰ ਨੂੰ, ਮਜ਼ਦੂਰ ਨੂੰ, ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈਗੀ। ਫਸਲ ਵਿਕੀ, ਸਿੱਧੀ ਪੇਮੈਂਟ ਕੇਂਦਰ ਸਰਕਾਰ ਦੇ ਕਾਰਨ ਖਾਤਿਆਂ 'ਚ ਪਈ, ਉਹਦਾ ਵੀ ਇਹ ਵਿਰੋਧ ਕਰਦੇ ਰਹੇ ਕਿ ਕਿਸੇ ਢੰਗ ਨਾਲ ਮੋਦੀ ਜੀ ਨੂੰ ਇਸ ਗੱਲ ਦਾ ਕ੍ਰੈਡਿਟ ਨਾ ਮਿਲੇ, ਬੀਜੇਪੀ ਨੂੰ ਇਸ ਗੱਲ ਦਾ ਕ੍ਰੈਡਿਟ ਨਾ ਮਿਲੇ, ਉਹਦਾ ਵਿਰੋਧ ਕਰਦੇ ਰਹੇ ਬਿਨਾਂ ਮਤਲਬ। ਅੱਜ ਕਿਸਾਨ ਖੁਸ਼ ਹੈ ਇਸ ਗੱਲ ਤੋਂ। ਔਰ ਇਹਦੇ ਨਾਲ ਨਾਲ ਅੱਜ ਕੋਵਿਡ ਨੂੰ ਲੈ ਕੇ ਜਿੱਦਾਂ ਦੀਆਂ ਕੋਈ ਗਰੀਬ ਆਦਮੀ ਵਾਸਤੇ ਇਹਨਾਂ ਨੂੰ ਰਾਹਤ ਪੈਕੇਜ ਦੇਣੇ ਚਾਹੀਦੇ ਸੀ, ਕਿਸੇ ਤਰ੍ਹਾਂ ਦਾ ਕੋਈ ਰਾਹਤ ਪੈਕੇਜ ਇਹਨਾਂ ਨੇ ਦਿੱਤਾ ਨਹੀਂ। ਕੈਪਟਨ ਸਾਹਿਬ ਨੇ ਪਰਸੋਂ ਜੇ ਅਨਾਉਂਸਮੈਂਟ ਤਾਂ ਕੀਤੀ ਹੈ ਕਿ ਉਹ ਐਦਾਂ ਦਾ ਰਾਹਤ ਪੈਕੇਜ ਆਪਣੇ ਕੋਲ ਰੱਖਣ। ਮੈਂ ਤੁਹਾਨੂੰ ਗੁਆਂਢੀ ਸੂਬਿਆਂ ਦਾ ਦੱਸ ਰਿਹਾ, 5-5 ਹਜ਼ਾਰ ਰੁਪਈਆ ਜਿਹੜੇ ਗਰੀਬ ਆਦਮੀ ਨੇ ਉਹਨਾਂ ਦੇ ਖਾਤਿਆਂ 'ਚ ਪਾ ਰਹੇ ਨੇ। 35-35 ਹਜ਼ਾਰ ਰੁਪਈਆ ਉਹਨਾਂ ਨੇ ਤੈਅ ਕੀਤਾ ਕਿ ਜਿਹੜਾ ਕੋਈ ਕੋਵਿਡ ਦਾ ਮਰੀਜ਼ ਹੈ ਗਰੀਬ ਆਦਮੀ, ਅਗਰ ਉਹਨੂੰ ਹਸਪੀਟਲ ਜਾਣਾ ਪੈਂਦਾ, ਇਮੀਡੀਏਟਲੀ ਉਹਦੇ ਖਾਤੇ 'ਚੋਂ ਲੈਸ ਹੋ ਜਾਣਗੇ। ਨਹੀਂ, ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਤਾਂ ਅਕਸਰ ਤੁਸੀਂ ਵੀ ਕਹੇ ਸੁਣੇ ਹੋਣੇ ਕਿ ਪੰਜਾਬ ਦਾ ਤਾਂ ਖਜ਼ਾਨਾ ਹੀ ਖਾਲੀ ਆ। ਨਹੀਂ, ਉਹ ਇਹ ਅੱਜ ਦਾ ਥੋੜ੍ਹੀ ਖਾਲੀ ਹੈ, ਇਹ ਤਾਂ ਜਿੱਦਣ ਦੀ ਉਹਨਾਂ ਦੀ ਸਰਕਾਰ ਬਣੀ ਉਦੋਂ ਦਾ ਹੀ ਖਾਲੀ ਹੈ। ਇਲਜ਼ਾਮ ਤਾਂ ਤੁਹਾਡੇ ਤੇ ਲੱਗਦੇ ਨਾ ਜਦੋਂ ਤੁਹਾਡੀ ਸਰਕਾਰ ਸੀ। ਨਹੀਂ, ਇਲਜ਼ਾਮ ਤਾਂ ਅਸੀਂ ਤਾਂ ਉਹਨਾਂ ਨੂੰ ਜਦ ਵੀ ਕਿਹਾ ਸੀ ਵੀ ਉਹ ਛੱਡ ਕੇ ਪਰੇ ਹੋਣ, ਲੋਕ ਖਜ਼ਾਨਾ ਵੀ ਭਰ ਜੂਗਾ ਤੇ ਤਰੱਕੀ ਵੀ ਹੋਊਗੀ, ਵਿਕਾਸ ਵੀ ਹੋਣਾ, ਸਾਰਾ ਕੁਝ ਹੋਣਾ। ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਖਜ਼ਾਨਾ ਖਾਲੀ ਹੈ, ਪਰ ਮੈਂ ਸਾਲ ਦੇ ਅੰਦਰ ਖਜ਼ਾਨਾ ਭਰ ਕੇ ਪੰਜਾਬ ਦੇ ਅੰਦਰ ਬੜੀ ਵੱਡੇ ਪੱਧਰ 'ਤੇ ਜਿਹੜਾ ਹੈ ਉਹ ਸਾਰੀਆਂ ਚੀਜ਼ਾਂ ਕਰੂੰਗਾ। ਪਰ ਅੱਜ 4.5 ਸਾਲ ਨਿਕਲ ਗਏ, ਜਿਹੜੇ ਵਾਅਦੇ ਕੀਤੇ ਸੀ ਖਤਮ, ਜਿਹੜੀਆਂ ਗੱਲਾਂ ਕਹੀਆਂ ਸੀ ਖਤਮ, ਕਿਸੇ ਗੱਲ ਤਾਂ ਕੋਈ ਵਾਅਦਾ ਪੂਰਾ ਕੀਤਾ ਉਹਨਾਂ ਨੇ? ਉਹ ਸਿਰਫ ਖਜ਼ਾਨਾ ਖਾਲੀ ਦਾ ਰੌਲਾ ਪਾਈ ਜਾਂਦੇ ਨੇ, ਜਦੋਂ ਕਿ ਆਪਣੇ ਵਾਸਤੇ, ਉਹਨਾਂ ਦੇ ਮੰਤਰੀਆਂ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਖਜ਼ਾਨਾ ਖਾਲੀ ਨਹੀਂ। ਸਾਰੇ ਉਹ ਜੋ ਐਸ਼ਪ੍ਰਸਤੀ ਉਹਨਾਂ ਦੀ ਚੱਲ ਰਹੀ ਹੈ, ਕੈਪਟਨ ਸਾਹਿਬ ਆਪਣੇ ਫਾਰਮ ਹਾਊਸ 'ਚੋਂ ਨਿਕਲਦੇ ਘਰਾੜੇ ਮਾਰ ਕੇ ਸੋ ਰਹੇ, ਉਹਨਾਂ ਨੂੰ ਕਿਸੇ ਗੱਲ ਦਾ ਮਤਲਬ ਹੀ ਨਹੀਂ ਹੈਗਾ। ਸੋ ਕੁੰਭਕਰਨੀ ਨੀਂਦ ਜਿਹੜੀ ਉਹ ਸੋ ਰਹੇ ਨੇ ਨਾ, ਉਹਦੇ 'ਤੇ ਪੰਜਾਬ ਦੀ ਜਨਤਾ ਨੂੰ ਹੁਣ ਪਤਾ ਲੱਗ ਗਿਆ। ਇਹ ਤਾਂ ਜਦੋਂ ਉੱਠੇ, ਜਦੋਂ ਅੰਦਰ ਹੀ ਜਿਹੜਾ ਉਹ ਅੱਗ ਸੁਲਗ ਰਹੀ ਸੀ ਉਹ ਲਾਵਾ ਬਣ ਗਿਆ ਔਰ ਇੱਕਦਮ ਫਟ ਪਿਆ। ਔਰ ਅੱਜ ਦੇਖੋ, ਇਹ ਪੰਜਾਬ ਦੀ ਜਨਤਾ ਸਮਝ ਰਹੀ ਹੈ ਕਿ ਉਹ ਪੰਜਾਬ ਦੀ ਜਨਤਾ ਪਿੱਛੇ ਉਹਨਾਂ ਦੀ ਲੜਾਈ ਨਹੀਂ ਹੋਣੀ। ਬੜੀ ਦੁਖਦ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਅੱਜ ਜੇ ਲੜਾਈ ਹੋਣੀ ਚਾਹੀਦੀ ਸੀਗੀ, ਚਾਹੇ ਉਹ ਸਿੱਧੂ ਸਾਹਿਬ ਹੈ, ਚਾਹੇ ਉਹ ਕੋਈ ਹੋਰ ਉਹਨਾਂ ਦੇ ਮੰਤਰੀ ਨੇ, ਜਿਹੜੇ ਉਹਨਾਂ ਦੇ ਕਾਂਗਰਸ ਦੀ ਲੀਡਰ ਨੇ, ਉਹ ਜਿੱਥੇ ਉਹਨਾਂ ਨੂੰ ਲੜਾਈ ਇਹ ਲੜਨੀ ਚਾਹੀਦੀ ਸੀ ਕਿ ਸਾਡੇ ਕੋਲ ਅਸੀਂ ਬੈੱਡਾਂ ਦਾ ਪ੍ਰਬੰਧ ਕਿੱਦਾਂ ਜ਼ਿਆਦਾ ਕਰਨਾ ਹੈ, ਕੋਵਿਡ ਦੇ ਵਿੱਚ ਉਲਝੇ ਹੋਏ ਮਰੀਜ਼ਾਂ ਨੂੰ ਕਿੱਦਾਂ ਸਾਂਭਣਾ ਹੈ, ਉਹ ਆਪਸ 'ਚ ਸਕੋਰ ਸੈਟਲ ਕਰਨ ਵਾਸਤੇ, ਪਾਵਰ ਦੀ ਗੇਮ ਸੈਟਲ ਕਰਨ ਵਾਸਤੇ ਉਹ ਲੜਾਈ ਲੜ ਰਹੇ ਨੇ ਔਰ ਆਪਸ 'ਚ ਜੁੱਤਮ ਜੁੱਤੀ ਹੋ ਰਹੇ ਨੇ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀ ਪਾਰਟੀ ਦੇ ਹੀ MLA ਪ੍ਰਗਟ ਸਿੰਘ ਨੇ ਇੱਕ ਵੱਡੇ ਇਲਜ਼ਾਮ ਲਗਾਏ ਨੇ। ਜਦੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਪ੍ਰਗਟ ਸਿੰਘ ਉਹਨਾਂ ਨੂੰ ਇਹ ਗੱਲ ਕਿਹਾ ਗਿਆ ਕਿ ਤੁਹਾਡੇ ਦੇ ਖਿਲਾਫ ਇੱਦਾਂ ਕਰ ਦਾਂਗੇ, ਉਹਨਾਂ ਨੇ ਖੁੱਲ੍ਹ ਕੇ ਕਹੀ ਹੈ ਗੱਲ ਇਹ। ਔਰ ਇਹ ਬੜੀ ਸ਼ਰਮਨਾਕ ਗੱਲ ਹੈਗੀ ਹੈ ਜਦੋਂ ਅੱਜ ਦੇ ਸਮੇਂ ਦੇ ਅੰਦਰ ਇਸ ਮਹਾਮਾਰੀ ਦੇ ਵਿੱਚ ਕਾਂਗਰਸ ਆਪਸ 'ਚ ਜੁੱਤਮ ਜੁੱਤੀ ਹੋ ਰਹੀ ਹੈ। ਸੋ ਇਹ ਤਾਂ ਇੱਕ ਸਾਫ਼ ਸੰਕੇਤ ਹੈ, ਇਹ ਤੋਂ ਸਾਫ਼ ਇੱਕ ਮੈਸੇਜ ਹੈ, ਪਤਾ ਲੱਗਦਾ ਕਿ ਇਹ ਸਰਕਾਰ ਗੰਭੀਰ ਸਰਕਾਰ ਕਦੇ ਨਹੀਂ ਰਹੀ ਹੈਗੀ। ਤੇ ਅੱਜ ਵੀ ਨਹੀਂ, ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਹੀ, ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਟਵੀਟ ਸਾਂਝਾ ਕੀਤਾ, ਹਾਈ ਕਮਾਂਡ ਦੇ ਕਹਿੰਦੇ ਦੇਖ ਰਹੀ ਆ, ਲੇਕਿਨ ਨਾਲ ਜਿਹੜਾ ਵੀਡੀਓ ਸਾਂਝਾ ਕੀਤਾ ਉਹਦੇ ਤੇ ਇਲਜ਼ਾਮ ਫਿਰ ਭਾਜਪਾ ਦਾ ਜ਼ਿਕਰ ਕੀਤਾ ਕਿ ਭਾਜਪਾ ਮੈਨੂੰ ਪੰਜਾਬ 'ਚ ਨਹੀਂ ਰੱਖਣਾ ਚਾਹੁੰਦੀ ਸੀ, ਕੁਰੂਕਸ਼ੇਤਰ ਜਾਂ ਬਾਕੀ ਥਾਵਾਂ 'ਤੇ ਰੱਖਣਾ ਚਾਹੁੰਦੀ ਸੀ ਤੇ ਮੈਂ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ। ਇਲਜ਼ਾਮ ਤਾਂ ਫਿਰ ਭਾਜਪਾ 'ਤੇ ਵੀ ਲੱਗ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ। ਦੇਖੋ, ਨਵਜੋਤ ਸਿੰਘ ਸਿੱਧੂ ਬਾਰੇ ਮੈਂ ਇੰਨੀ ਗੱਲ ਕਹਿਣੀ ਹੈ ਕਿ ਲੰਬੇ ਸਮੇਂ
ਉਹਨਾਂ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਮੈਂਬਰ ਆਫ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਕਰਕੇ ਬਣੇ ਉਹ। ਉਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਪਾਰਟੀ ਨੇ ਵਾਂਝੇ ਨਹੀਂ ਰੱਖਿਆ ਉਹਨਾਂ ਨੂੰ। ਉਸ ਤੋਂ ਬਾਅਦ ਜਦੋਂ ਇੱਥੋਂ ਸਾਡੇ ਸਤਿਕਾਰਯੋਗ ਉਸ ਸਮੇਂ ਅੱਜ ਉਹ ਸਾਡੇ 'ਚ ਨਹੀਂ ਰਹੇ, ਪਰ ਅਰੁਣ ਜੇਤਲੀ ਜੀ ਦੀ ਬੜੀ ਦੇਣ ਹੈਗੀ ਪੰਜਾਬ ਨੂੰ। ਉਹਨਾਂ ਨੂੰ ਉੱਥੋਂ ਜਦੋਂ ਲੜਾਇਆ ਗਿਆ, ਉਸ ਤੋਂ ਬਾਅਦ ਉਹਨੂੰ ਰਾਜ ਸਭਾ ਭੇਜਿਆ ਗਿਆ। ਨਵਜੋਤ ਸਿੰਘ ਸਿੱਧੂ ਜੀ ਨੂੰ ਭੇਜਿਆ ਗਿਆ ਸੀ ਨਾ ਜੀ, ਅਤੇ ਉਹ ਚੀਜ਼ਾਂ ਉਹਨਾਂ ਨੇ ਸਵੀਕਾਰ ਨਹੀਂ ਕੀਤੀਆਂ। ਨਵਜੋਤ ਸਿੰਘ ਸਿੱਧੂ ਦੀ ਇੱਕ ਸਿੱਧੀ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅਤੀ ਮਹੱਤਵਕਾਂਖੀ ਆਦਮੀ ਹੈ, ਜਿਹਨੂੰ ਹਮੇਸ਼ਾ ਉਹ ਆਪਣੇ ਬਾਰੇ ਸੋਚਦਾ ਹੈਗਾ। ਮੈਂ ਚਲੋ ਬਾਕੀ ਗੱਲਾਂ ਛੱਡ ਦਿਓ, ਦੁਬਾਰਾ ਉਹ ਕਾਂਗਰਸ ਤੋਂ ਹੁਣ ਕਾਂਗਰਸ ਜੁਆਇਨ ਕਰਨ ਤੋਂ ਬਾਅਦ MLA ਬਣ ਗਿਆ। ਅੱਜ 4.5 ਸਾਲ ਬੀਤ ਗਏ, ਵਿੱਚੋਂ ਲੋਕਲ ਬਾਡੀ ਮੰਤਰੀ ਵੀ ਰਹੇ। ਪਹਿਲਾਂ ਤਾਂ ਲੋਕਲ ਬਾਡੀ ਮੰਤਰੀ ਦੇ ਨਾਤੇ ਉਹਨਾਂ ਦੀ ਕੋਈ ਦੇਣ ਹੈਗੀ ਪੰਜਾਬ ਨੂੰ, ਪਹਿਲੀ ਗੱਲ। ਚਲੋ ਉਹ ਵੀ ਛੱਡ ਦਿਓ, ਉਹ ਕਹਿਣਗੇ ਜੀ ਮੈਨੂੰ ਸਮਾਂ ਨਹੀਂ ਦਿੱਤਾ, ਮੇਰੇ ਹੱਥ ਪੈਰ ਬੰਨੇ ਹੋਏ ਸੀ। MLA ਬਣੇ, MLA ਦੇ ਫੰਡ ਹੈ। ਅੱਜ ਕਰੋਨਾ ਚੱਲ ਰਿਹਾ ਹੈ, ਕੋਈ ਆਪਣੇ ਫੰਡ 'ਚ ਉਹਨਾਂ ਨੇ 1 ਰੁਪਈਆ ਆਪਣੀ ਵਿਧਾਨ ਸਭਾ 'ਚ ਦਿੱਤਾ ਕਿ ਆ ਮੇਰੇ ਫੰਡ 'ਚੋਂ ਕੋਈ 4 ਪੈਸੇ ਜਿਹੜੇ ਕਰੋਨਾ ਦੇ ਮਰੀਜ਼ਾਂ ਵਾਸਤੇ ਮੈਂ ਦੇ ਰਿਹਾ? ਕਿਤੇ 1 ਰੁਪਈਆ ਨਹੀਂ ਦਿੱਤਾ ਉਹਨਾਂ ਨੇ। ਸੋ ਇਸ ਕਰਕੇ ਕੇਵਲ ਪਖੰਡ ਔਰ ਇੱਕ ਜਿਹੜੇ ਜੁਮਲੇ ਆਪ ਉਹ ਸ਼ੇਅਰ ਪੜ੍ਹ ਕੇ ਉਹ ਲੋਕਾਂ ਨੂੰ ਤਾੜੇ ਮਰਵਾ ਕੇ ਵੋਟਾਂ ਵਟੋਰਦੇ ਰਹੇ ਨੇ ਨਾ, ਉਹ ਵਿਚਾਰ ਕਰਨ ਵਾਲੀ ਗੱਲ ਹੈ। ਇੰਨੇ ਲੰਬੇ ਸਮੇਂ ਤੋਂ ਅੱਜ ਉਹ ਹੁਣ ਉਹਨਾਂ ਦੀ ਖੁੱਲ੍ਹ ਗਈ ਆ ਉਹ ਪੋਲ। ਸ਼ੁਰੂ 'ਚ ਸਾਡੇ ਨਾਲ ਸੀਗੇ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਉਹ ਮੈਂਬਰ ਆਫ ਪਾਰਲੀਮੈਂਟ ਸੀ, ਪਰ ਜਦੋਂ ਉਹਨਾਂ ਦੀ ਮਹੱਤਵਕਾਂਖਸ਼ਾ ਵੱਧਦੀ ਗਈ ਜਿਹਦੀ ਕੋਈ ਸੀਮਾ ਹੀ ਨਹੀਂ ਸੀਗੀ, ਅਤੇ ਅੱਜ ਉਹ ਹੁਣ ਕਾਂਗਰਸ 'ਚ ਫਿਰ ਉਹਨਾਂ ਨੇ ਉਹੀ ਚੀਜ਼ ਤਲਾਸ਼ਣੀ ਸ਼ੁਰੂ ਕੀਤੀ ਵੀ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾ ਦੇਣਾ। ਔਰ ਅੱਜ ਹੈ ਵੀ ਇਹੀ, ਅੱਜ ਚੱਲ ਕੀ ਰਿਹਾ ਹੈਗਾ। ਗੱਲ ਤਾਂ ਮੁੱਖ ਮੰਤਰੀ ਦੀ ਹੈ, ਕਦੇ ਉਹ ਲੰਚ ਕਰਨ ਚਲੇ ਜਾਂਦੇ ਨੇ ਮੁੱਖ ਮੰਤਰੀ ਜੀ ਨਾਲ, ਅਤੇ ਕਦੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਕਦੇ ਉਹਨਾਂ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਲੈਂਦੇ ਨੇ, ਕਦੇ ਕੁਛ ਕਰ ਲੈਂਦੇ ਨੇ, ਕਦੇ ਕੁਛ ਕਰ ਲੈਂਦੇ ਨੇ। ਬਈ ਇੱਥੇ ਪੰਜਾਬ ਦੇ ਜਨਤਾ ਦੇ ਵਿੱਚ ਕਦੇ ਬੈਠ ਕੇ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਸੰਗਤ ਦਰਸ਼ਨ ਕੀਤਾ? ਕਦੇ ਪੰਜਾਬ ਦੀ ਜਨਤਾ ਦੀ ਗੱਲ ਸੁਣੀ ਹੈ ਕਿਤੇ ਆ ਕੇ? ਕੀ ਕਰਨਾ ਚਾਹੁੰਦਾ? ਹਵਾਈ ਗੱਲਾਂ ਕਰਕੇ, ਗੱਡੀ 'ਚ ਖੜ੍ਹੇ ਹੱਥ ਹਿਲਾ ਕੇ ਇੱਦਾਂ ਪੰਜਾਬ ਦੀ ਸੇਵਾ ਨਹੀਂ ਹੋਣੀ ਹੈਗੀ। ਪੰਜਾਬ ਦੀ ਜਨਤਾ ਨੂੰ ਸੁਣਨਾ ਪੈਣਾ। ਪੰਜਾਬ ਦੇ ਇੰਟੀਰੀਅਰ ਦੇ ਵਿੱਚ ਜਾ ਕੇ ਉਸ ਗਰੀਬ ਆਦਮੀ ਦੀ ਗੱਲ ਸੁਣਨੀ ਪੈਣੀ ਹੈ ਜਿਨ੍ਹਾਂ ਦੇ ਮੂੰਹ 'ਚ ਪਿਸ਼ਾਬ ਪਾਤਾ ਜਾਂਦਾ। ਉਸ ਗਰੀਬ ਆਦਮੀ ਦੀ ਗੱਲ ਸੁਣਨੀ ਪੈਣੀ ਹੈ, ਉਸ ਗਰੀਬ ਲੜਕੀ ਦੀ ਜਿਨ੍ਹਾਂ ਨੂੰ ਗੋਲੀ ਨਾਲ ਉਡਾਤਾ ਜਾਂਦਾ, ਮਰਡਰ ਹੋ ਜਾਂਦੇ ਨੇ, ਰੇਪ ਹੋ ਜਾਂਦੇ ਨੇ। ਕਦੇ ਗਏ ਨੇ ਉਹਨਾਂ ਦੇ ਕੋਲੇ? ਕਦੇ ਦਲਿਤ ਸਮਾਜ ਦੀ ਗੱਲ ਸੁਣੀ ਹੈ? ਪੰਜਾਬ ਦੇ ਵਿੱਚ 33% 34% ਦਲਿਤ ਹੈ, ਉਸ ਸਮਾਜ ਦੀ ਗੱਲ ਕਦੇ ਸੁਣੀ ਹੈ ਉਹਨਾਂ ਨੇ? ਕਦੇ ਨਹੀਂ ਸੁਣੀ। ਕੇਵਲ ਹਵਾ 'ਚ ਗੱਲ ਕਰਨ ਵਾਲੇ ਵਿਅਕਤੀ ਹੈ। ਅੱਜ ਇੰਨਾ ਮੈਂ ਸਮਝਦਾ ਕਿ ਇਸ ਕਦਰ ਪੀੜਤ ਕੀਤਾ ਜਾ ਰਿਹਾ ਹੈ ਦਲਿਤ ਸਮਾਜ ਨੂੰ ਪੰਜਾਬ ਦੇ ਅੰਦਰ, ਉਹਨਾਂ ਦੀ ਕਦੇ ਗੱਲ ਨਹੀਂ ਉਹਨਾਂ ਨੇ ਕੀਤੀ ਹੈਗੀ। ਨਹੀਂ, ਤੁਸੀਂ ਦਲਿਤ ਸਮਾਜ ਦੀ ਗੱਲ ਕਰ ਰਹੇ ਹੋ ਗੁਪਤਾ ਸਾਹਿਬ। ਬਠਿੰਡਾ ਵਿਖੇ ਅਰਦਾਸ ਕੀਤੀ ਜਾਂਦੀ ਆ, ਅਰਦਾਸ ਤੋਂ ਬਾਅਦ ਪਰਚਾ ਹੋ ਜਾਂਦਾ, ਉਸ ਮਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿ ਬੜੀ ਹੀ ਮੰਦਭਾਗੀ ਗੱਲ ਹੈਗੀ ਹੈ। ਉਹ ਜਦੋਂ ਇੱਕ ਦਲਿਤ ਸਮਾਜ ਤੋਂ ਹੀ ਜਿਹੜਾ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੀਗੇ, ਉਹਨਾਂ ਨੂੰ ਉਹ ਪ੍ਰਭਾਵਿਤ ਸੀਗੇ ਮੋਦੀ ਜੀ ਦੀਆਂ ਜਿਹੜੀਆਂ ਉਹਨਾਂ ਨੇ ਅੱਛੇ ਕੰਮ ਕਰ ਰਹੇ ਨੇ, ਜਿਹੜੇ ਮੋਦੀ ਜੀ ਖਾਸ ਕਰਕੇ ਦਲਿਤ ਸਮਾਜ ਵਾਸਤੇ ਕਰ ਰਹੇ ਨੇ। ਔਰ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਬਈ ਮੋਦੀ ਜੀ ਨੂੰ ਲੰਮੀ ਉਮਰ ਦੇਣ, ਉਹਨਾਂ ਦੀ ਸਿਹਤ ਅੱਛੀ ਰਹੇ, ਉਹਨਾਂ ਦੀ ਜਿਹੜੀ ਉਹ ਅੱਛੇ ਕੰਮ ਕਰ ਰਹੇ ਨੇ, ਉਹ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਸਿਹਤ ਅੱਛੀ ਰਹੇਗੀ ਅਤੇ ਹੋਰ ਹਿੰਦੁਸਤਾਨ ਵਾਸਤੇ ਔਰ ਦਲਿਤ ਸਮਾਜ ਵਾਸਤੇ ਅੱਛੇ ਕੰਮ ਕਰਨਗੇ। ਉਹਨਾਂ ਨੇ ਐਸੀ ਮੰਗ ਕੀਤੀ ਔਰ ਨਾਲ ਉਹਨਾਂ ਨੇ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਵੀ ਕੀਤਾ ਕਿ ਕਿਉਂਕਿ ਉਹ ਦਲਿਤ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲਦੀ ਪਈ ਹੈ, ਅਤੇ ਦਲਿਤ ਮੁੱਖ ਮੰਤਰੀ ਅਗਰ ਬਣਾਉਂਦੇ ਨੇ ਤਾਂ ਬੜੀ ਅੱਛੀ ਗੱਲ ਹੈ। ਉਹਨਾਂ ਨੇ ਇਸ ਗੱਲ ਦੀ ਅਰਦਾਸ ਕੀਤੀ ਹੈ। ਔਰ ਉਸ ਤੋਂ ਬਾਅਦ ਤੁਰੰਤ ਬਾਅਦ ਥੋੜ੍ਹੇ ਦਿਨਾਂ 1-2 ਦਿਨ ਬਾਅਦ ਹੀ ਇਹਨਾਂ 'ਤੇ ਪਰਚਾ ਦਰਜ ਹੋਇਆ। ਜਿਹੜੀ ਕੋਈ ਪੁਰਾਣੀ 3 ਸਾਲ 3.5 ਸਾਲ ਪੁਰਾਣੀ ਕੋਈ ਉਹਨਾਂ ਨੇ ਕੋਈ ਵੀਡੀਓ ਪਾਈ ਸੀ, ਜਦੋਂ ਉਹ ਉਹਨਾਂ ਦੀ ਘਰੋਂ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਸਰਪੰਚ ਦਾ ਚੋਣ ਜਿੱਤੀ ਸੀ। ਔਰ ਇਹ 3.5 ਸਾਲ ਦਾ ਵਕਫਾ ਕਿਉਂ ਹੈਗਾ? ਪ੍ਰਸ਼ਨ ਇਹ ਹੈਗਾ। ਅਸੀਂ ਕਿਸੇ ਦੀ ਸਪੋਰਟ ਨਹੀਂ ਕਰ ਰਹੇ, ਕਿਸੇ ਡੇਰੇ ਦੀ ਜਾਂ ਕਿਸੇ ਹੋਰ ਦੀ ਮੈਂ ਸਪੋਰਟ ਵਾਸਤੇ ਨਹੀਂ ਗੱਲ ਕਰ ਰਿਹਾ। ਮੈਂ ਬੜਾ ਸਪਸ਼ਟ ਗੱਲ ਕਹਿ ਰਿਹਾ, ਅਸੀਂ ਇਸ ਮਾਮਲੇ 'ਚ ਕਿਸੇ ਦੇ ਸਪੋਰਟਰ ਨਹੀਂ। ਜਿਹਨੇ ਕੋਈ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਦੀ ਗੱਲ ਕੀਤੀ ਹੈ, ਕੋਈ ਕ੍ਰਾਈਮ ਕੀਤਾ ਹੈਗਾ, ਉਹ ਸਜ਼ਾ ਦਾ ਭਾਗੀਦਾਰ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਹਨਾਂ ਨੇ ਉਸ ਸਮੇਂ ਪਾਈ ਉਹ ਕਿ ਉਹ ਪੁਰਾਣੀ ਵੀਡੀਓ ਨੂੰ ਚੱਕ ਕੇ ਅੱਜ ਕਾਰਨ ਮੋਦੀ ਜੀ ਦੀ ਅਰਦਾਸ, ਮੋਦੀ ਜੀ ਵਾਸਤੇ ਅਰਦਾਸ, ਔਰ ਢਾਲ ਜਿਹੜੀ ਆ ਉਹ ਪੁਰਾਣੀ ਵੀਡੀਓ ਨੂੰ ਬਣਾਇਆ ਗਿਆ।
ਇਹ ਪ੍ਰਸ਼ਨ ਹੈਗਾ। ਮੈਂ ਤੁਹਾਡੇ ਸਾਹਮਣੇ ਕੈਮਰੇ ਤੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਇਹ ਗੱਲ ਬੜੀ ਕਲੀਅਰ ਸ਼ਬਦਾਂ 'ਚ ਗੱਲ ਕਹਿ ਰਿਹਾ ਕਿ ਢਾਲ 3.5 ਸਾਲ ਪੁਰਾਣੀ ਵੀਡੀਓ ਨੂੰ ਬਣਾਇਆ ਗਿਆ। ਕਾਰਨ ਜਿਹੜੀ ਉਹਨਾਂ ਨੇ ਮੋਦੀ ਜੀ ਵਾਸਤੇ ਅਰਦਾਸ ਕੀਤੀ, ਪਿੱਛੇ ਕਾਰਨ ਉਹ ਸੀਗਾ ਕਿਉਂਕਿ ਇਹ ਹੌਲੀ ਹੌਲੀ ਬੜੇ ਵੱਡੇ ਪੱਧਰ ਤੇ ਸਾਰੇ ਪਿੰਡਾਂ ਦੇ ਵਿੱਚ ਵੱਧ ਰਿਹਾ ਹੈਗਾ ਕੰਮ। ਇੱਕ ਸਮਾਜ ਵਿਸ਼ੇਸ਼ ਤੌਰ ਤੇ ਮੋਦੀ ਜੀ ਦਾ ਧੰਨਵਾਦ ਕਰ ਰਿਹਾ ਹੈ, ਮੋਦੀ ਜੀ ਦੇ ਅੱਛੇ ਫੈਸਲਿਆਂ ਦੀ ਗੱਲ ਕਰ ਰਿਹਾ ਹੈ। ਸੋ ਉਹਦੇ ਵਾਸਤੇ ਉਹਨਾਂ ਨੇ ਇੱਕ ਐਸੀ ਕਾਨੂੰਨੀ ਜਿਹੜੀ ਹੈ ਉਹ ਹਰਕਤ ਪ੍ਰਸ਼ਾਸਨ ਨੇ, ਪੰਜਾਬ ਸਰਕਾਰ ਨੇ ਕੀਤੀ ਹੈਗੀ ਹੈ ਕਿ ਉਹਦੇ ਤੇ ਪਰਚਾ ਦਰਜ ਕਰਤਾ ਹੈਗਾ। ਬੜੇ ਸਵਾਲ ਨੇ। ਮੈਂ ਤਾਂ ਚਾਹੇ ਉਹ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੋਣ, ਕਿਹੜਾ ਨਹੀਂ ਗਿਆ ਉੱਥੇ ਰਾਮ ਰਹੀਮ ਕੋਲੇ? ਕੌਣ ਨਹੀਂ ਗਿਆ ਮੱਥਾ ਟੇਕਣ? ਕੌਣ ਨਹੀਂ ਉਹਨਾਂ ਕੋਲੇ ਵੋਟਾਂ ਮੰਗਣ ਗਿਆ? ਇਹਦੇ ਤੇ ਵਿਚਾਰ ਉਹਨਾਂ ਤੇ ਵੀ ਫਿਰ FIR ਹੋਣੀ ਚਾਹੀਦੀ। ਵੋਟਾਂ ਮੰਗਣ ਦੀ ਜੇਕਰ ਗੱਲ ਆ ਜਾਏ, ਰਾਮ ਰਹੀਮ ਦਾ ਮਸਲਾ ਤੁਸੀਂ ਚੱਕਿਆ, ਪਰੋਲ ਮਿਲੀ, 48 ਘੰਟਿਆਂ ਦੀ ਮਾਂ ਦਾ ਹਾਲ ਚਾਲ ਪੁੱਛਣ ਗਏ ਨੇ, ਲੇਕਿਨ ਹਰਿਆਣਾ BJP ਦੇ ਲੀਡਰ ਵੀ ਤਾਂ ਕਈ ਵਾਰੀ ਦੇਖੇ ਗਏ ਨੇ ਰਾਮ ਰਹੀਮ ਦੇ ਸਟੇਜ ਤੇ। ਨਹੀਂ, ਇਸ ਤਰ੍ਹਾਂ ਹੈਗਾ, ਮੈਂ ਇਹ ਤਾਂ ਕਹਿ ਨਹੀਂ ਰਿਹਾ ਗੱਲ ਜੀ, ਮੈਂ ਇਹ ਗੱਲ ਕਹਿ ਰਿਹਾ ਕਿ ਉਸ ਚੀਜ਼ ਨੂੰ ਇਸ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ, ਉਹ ਚੀਜ਼ ਨੂੰ ਇਸ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ। ਜੋ ਚੀਜ਼ ਨੂੰ ਜੋੜਿਆ ਗਿਆ, ਜਿਹਦੇ ਤੇ FIR ਕੀਤੀ ਗਈ ਆ, ਉਹ ਇੱਕ ਵੱਡਾ ਪ੍ਰਸ਼ਨ ਹੈਗਾ। ਉਹ FIR ਪੁਰਾਣੀ 3.5 ਸਾਲ ਦੀ ਪੁਰਾਣੀ ਵੀਡੀਓ ਦੇ ਨੂੰ ਢਾਲ ਬਣਾ ਕੇ ਕੀਤੀ ਗਈ ਹੈ। ਵਜ੍ਹਾ ਜਿਹੜੀ ਹੈਗੀ ਆ ਉਹ ਮੋਦੀ ਜੀ ਵਾਸਤੇ ਅਰਦਾਸ ਕੀਤੀ ਗਈ ਹੈ, ਵਜ੍ਹਾ ਉਹ ਹੈਗੀ ਹੈ। ਸੋ ਇਹ ਐਸੀ ਦੀ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇੱਕ ਦਲਿਤ ਸਮਾਜ ਦੇ ਉਹਨੂੰ ਫਿਰ ਉਹਦਾ ਗਲਾ ਘੋਟਣ ਦਾ ਕੰਮ ਕੀਤਾ ਗਿਆ, ਉਹਨੂੰ ਦਬਾਉਣ ਦਾ ਕੰਮ ਕੀਤਾ ਗਿਆ। ਚਲੋ, ਤੇ ਦੂਜੇ ਪਾਸੇ ਬੇਅਦਬੀ ਮਾਮਲੇ ਦੀ ਜਿਹੜੀ ਲੜਾਈ ਚੱਲ ਰਹੀ ਆ, ਇਨਸਾਫ ਦੀ ਮੰਗ ਹੋ ਰਹੀ ਆ, ਤੁਸੀਂ ਵੀ ਇੱਕ ਮੰਗ ਚੁੱਕੀ ਸੀ ਕਿ ਇਨਸਾਫ ਦਿੱਤਾ ਜਾਵੇ ਬੰਗਾਲ ਇਲੈਕਸ਼ਨ ਦੇ ਵਿੱਚ ਜੋ ਕੁਝ ਹੋਇਆ, ਜੋ ਕੁਝ ਉੱਥੇ ਹਿੰਸਾ ਹੋਈਆਂ। ਤੁਸੀਂ ਵੀ ਆਪ ਲੁਧਿਆਣਾ ਜਾ ਕੇ ਪ੍ਰੋਟੈਸਟ ਕੀਤਾ ਸੀ, ਮੈਨੂੰ ਤਸਵੀਰਾਂ ਮੇਰੇ ਕੋਲ ਆਈਆਂ ਸੀ, ਤੁਹਾਡੇ ਬਿਆਨ ਵੀ ਆਏ ਸੀ। ਤੇ ਇਨਸਾਫ ਦੀ ਮੰਗ ਕਿਸ ਤੋਂ, ਕੇਂਦਰ ਸਰਕਾਰ ਤੋਂ ਹੋ ਰਹੀ ਸੀ ਜਾਂ ਪੰਜਾਬ ਸਰਕਾਰ ਤੋਂ? ਨਹੀਂ, ਅਸੀਂ ਉਹਦੇ ਵਿੱਚ ਇਨਸਾਫ ਦੀ ਮੰਗ ਨਹੀਂ ਕੀਤੀ ਸੀ ਕੋਈ। ਅਸੀਂ ਮਮਤਾ ਬੈਨਰਜੀ ਨੂੰ ਉਹਦੀਆਂ ਜੋ ਗੱਲਾਂ ਕਰਦੀ ਆ ਉਹਨੂੰ ਉਜਾਗਰ ਜਨਤਾ ਦੇ ਵਿੱਚ ਕਰਨਾ ਚਾਹੁੰਦੇ ਸੀਗੇ। ਦੇਖੋ, ਤਾਜੀ ਲੋਕਾਂ ਦਾ ਮਤ ਸੀਗਾ। ਲੋਕਾਂ ਨੇ ਹਜੇ ਹਫਤਾ ਪਹਿਲਾਂ ਹੀ ਵੱਡੀ ਮੈਜੋਰਟੀ ਦੇ ਕੇ TMC ਦੀ ਸਰਕਾਰ ਬਣਾਈ ਸੀ, ਔਰ ਨੰਦੀਗ੍ਰਾਮ ਦੇ ਅੰਦਰ ਜੋ ਵਿਅਕਤੀ ਹਾਰਿਆ ਉਹ ਉਸ ਪ੍ਰਦੇਸ਼ ਦਾ, ਸੂਬੇ ਦਾ ਮੁੱਖ ਮੰਤਰੀ ਬਣ ਗਈ, ਔਰ ਜਿਹੜਾ ਜਿੱਤਿਆ ਉਹ ਵਿਪਕਸ਼ ਦਾ ਨੇਤਾ ਬਣਿਆ। ਇਹ ਵਿਡੰਬਣਾ ਸਾਡੇ ਦੇਸ਼ ਦੀ ਹੈਗੀ ਹੈ। ਕਾਨੂੰਨ ਜੋ ਕਹਿ ਰਿਹਾ ਹੈ, ਮੈਂ ਉਹਦੇ ਮੁਤਾਬਕ ਗੱਲ ਕਰ ਰਿਹਾ। ਕਾਨੂੰਨੀ ਪੱਖ ਹੈ, ਕਾਨੂੰਨ ਦੇ ਹਿਸਾਬ ਨਾਲ ਉਹ ਜਿਹੜਾ ਹਾਰਿਆ ਉਹ ਮੁੱਖ ਮੰਤਰੀ, ਔਰ ਜਿਹੜਾ ਜਿੱਤ ਗਿਆ ਉਹ ਵਿਪਕਸ਼ ਦਾ ਨੇਤਾ, ਵਿਰੋਧੀ ਧਿਰ ਦਾ ਨੇਤਾ। ਸੋ ਇਹ ਇੱਕ ਵੱਡਾ ਪ੍ਰਸ਼ਨ ਹੈ। ਜਿੱਥੋਂ ਤੱਕ ਇਹ ਮੈਂ ਆਪਣੇ ਇਤਿਹਾਸ 'ਚ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਦੇਖੀ ਸੀਗੀ ਕਿ ਜਿਹੜੀ ਪਾਰਟੀ ਜਿੱਤਣ ਤੋਂ ਬਾਅਦ ਉਹ ਸਾਡੇ ਪਾਰਟੀ ਦੇ ਕਾਰਜਕਰਤਾਵਾਂ ਨੂੰ, ਜਿਹੜੇ ਸਾਡੇ ਕੋਈ ਬੂਥਾਂ 'ਤੇ ਬੈਠਣ ਵਾਲੇ ਕਾਰਜਕਰਤਾ ਸੀ, ਐਕਟਿਵ ਕਾਰਜਕਰਤਾ ਸੀ, ਉਹਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਮਰਡਰ ਕੀਤੇ ਗਏ, ਮਾਰਿਆ ਗਿਆ, ਹੱਤਿਆਵਾਂ ਕੀਤੀਆਂ ਗਈਆਂ, ਕੁੱਟਿਆ ਗਿਆ, ਉਹਨਾਂ ਦੀਆਂ ਦੁਕਾਨਾਂ, ਉਹਨਾਂ ਦੇ ਘਰ ਸਾੜੇ ਗਏ। ਇਹ ਇਸ ਤੋਂ ਵੱਡਾ ਕੋਈ ਦੁਰਭਾਗਯ ਆਪਣੇ ਦੇਸ਼ 'ਚ ਹੋ ਸਕਦਾ ਹੈ? ਕਿ ਅਸੀਂ ਦੇਸ਼ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਜਿਹੜੇ ਝੂਠ ਦੇ ਆਧਾਰ ਤੇ ਰਾਜਨੀਤੀ ਕਰ ਰਹੇ ਹੈ, ਜਿਹੜੇ ਕੇਵਲ ਗੁੰਮਰਾਹ ਕਰਕੇ ਰਾਜਨੀਤੀ ਕਰ ਰਹੇ ਹੈ, ਆਪਣੇ ਪੈਰ ਤੇ ਆਪ ਹੀ ਸੈੱਟ ਮਾਰ ਲਈ, ਪਲਸਤਰ ਲਾ ਲਿਆ, ਜਦੋਂ ਰਿਜ਼ਲਟ ਆਇਆ ਤੇ ਫਿਰ ਪਲਸਤਰ ਵੀ ਖੁੱਲ ਗਿਆ। ਪੂਰੀ ਕੰਪੇਨ ਵੀਲ ਚੇਅਰ ਤੇ ਕੀਤੀ, ਔਰ ਵੀਲ ਚੇਅਰ ਉਨੀ ਦੇਰ ਸੀ ਜਿੰਨੀ ਦੇਰ ਲੋਕਾਂ ਦਾ ਵੋਟ ਬਟੋਰਨਾ ਸੀ। ਜਦੋਂ ਵੋਟ ਮਿਲ ਗਏ, ਸਰਕਾਰ ਬਣ ਗਈ ਤੇ ਪੈਰ ਖੁੱਲ ਗਿਆ। ਔਰ ਉਸ ਤੋਂ ਬਾਅਦ ਜਦੋਂ ਹਾਰ ਗਏ, ਜਿਹਨੇ ਇਹ ਸਟੇਟਮੈਂਟ ਦਿੱਤੀ ਸੀ, ਕ੍ਰੈਡੀਬਿਲਿਟੀ ਕੀ ਹੈ ਨੇਤਾ ਦੀ ਗੱਲ ਨੂੰ ਪਬਲਿਕ ਸੁਣਦੀ ਹੈ, ਉਹਦੇ ਤੇ ਉਹਨਾਂ ਦੀ ਗੱਲ ਤੇ ਜੋ ਗੱਲ ਕਹੀ ਜਾਂਦੀ ਹੈ ਉਹਦੇ ਤੇ ਲੋਕ ਕੰਮ ਕਰਦੇ ਆ। ਉਹਨਾਂ ਨੇ ਕਿਹਾ ਕਿ ਜੀ ਮੈਂ ਹਾਰ ਗਈ ਅਗਰ ਨੰਦੀਗ੍ਰਾਮ ਤੇ ਮੈਂ ਰਾਜਨੀਤੀ ਛੱਡ ਦੂੰਗੀ। ਰਾਜਨੀਤੀ ਕੀ ਛੱਡਣੀ ਸੀ? ਹਾਰ ਕੇ ਉਹ ਮੁੱਖ ਮੰਤਰੀ ਬਣ ਗਏ ਵੈਸਟ ਬੰਗਾਲ ਦੇ। ਸੋ ਲੋਕਾਂ ਦੇ ਮੂਹਰੇ ਉਸ ਧਰਨੇ ਦਾ ਮਤਲਬ ਕੀ ਸੀਗਾ? ਪੂਰੇ ਦੇਸ਼ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਉਹ ਪ੍ਰੋਟੈਸਟ ਕੀਤਾ, ਔਰ ਪੰਜਾਬ ਦੇ ਵਿੱਚ 516 ਜਗ੍ਹਾ ਤੇ ਪ੍ਰੋਟੈਸਟ ਹੋਇਆ ਹੈਗਾ। ਅਸੀਂ ਕੋਵਿਡ ਨੂੰ ਧਿਆਨ 'ਚ ਰੱਖ ਕੇ ਉਹ ਪ੍ਰੋਟੈਸਟ ਕੀਤਾ ਸੀ, ਪੂਰੇ ਦੇਸ਼ 'ਚ ਹੋਇਆ ਹੈਗਾ। ਉਹਦਾ ਮਤਲਬ ਇੰਨਾ ਹੀ ਸੀਗਾ ਕਿ ਲੋਕਾਂ ਨੂੰ ਇਹ ਵਿਸ਼ਾ ਧਿਆਨ 'ਚ ਰਹੇ ਕਿ ਝੂਠ ਕੌਣ ਬੋਲ ਰਿਹਾ ਹੈ, ਲੋਕਾਂ ਦੇ ਇਹ ਵਿਸ਼ਾ ਧਿਆਨ 'ਚ ਆਵੇ ਕਿ ਗੁੰਮਰਾਹ ਕਰਨ ਦਾ ਕੰਮ ਕੌਣ ਕਰ ਰਿਹਾ ਹੈ, ਲੋਕਾਂ ਦੇ ਵਿਸ਼ਾ ਇਹ ਧਿਆਨ 'ਚ ਆਵੇ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਸੱਚਾ ਔਰ ਸਹੀ ਢੰਗ ਨਾਲ ਗੱਲ ਕਰਨ ਵਾਲਾ ਕੌਣ ਵਿਅਕਤੀ ਹੈ, ਝੂਠ ਬੋਲਣ ਵਾਲਾ ਕੌਣ ਵਿਅਕਤੀ ਹੈ। ਸਾਡਾ ਮਤਲਬ ਝੂਠ ਬੋਲਣ ਦੇ ਜਾਂ ਗੁੰਮਰਾਹ ਕਰਨ ਦੇ ਇਲਜ਼ਾਮ ਤਾਂ ਦੇਖੋ, ਮੈਨੂਪਲੇਟਡ ਮੀਡੀਆ ਹੈਸ਼ਟੈਗ ਚਲਾ ਕੇ ਸੋਸ਼ਲ ਮੀਡੀਆ ਤੁਸੀਂ ਦੇਖਿਆ ਹੋਣਾ, ਟੂਲ ਕਿਟ ਦਾ ਮਸਲਾ ਗਰਮਾ ਗਿਆ। ਸੰਬਿਤ ਪਾਤਰਾ ਸਾਹਿਬ ਨੇ ਇੱਕ ਟਵੀਟ ਕੀਤਾ, ਉਹਦੇ 'ਚ ਕਾਂਗਰਸ ਦੀ ਇੱਕ ਟੂਲ ਕਿਟ ਨੂੰ ਅਟੈਚ ਕੀਤਾ ਤੇ ਨੀਚੇ ਟਵਿੱਟਰ ਨੇ ਲਿਖ ਦਿੱਤਾ ਮੈਨੂਪਲੇਟਡ ਮੀਡੀਆ। ਫਿਰ ਇਲਜ਼ਾਮ ਤਾਂ BJP ਵਾਲਿਆਂ ਤੇ ਲੱਗ ਰਹੇ ਨੇ ਗੁੰਮਰਾਹ ਕਰਨ ਦੇ। ਨਹੀਂ, ਐਸਾ ਹੈਗਾ ਕਿ
ਇਹ ਉਹਨਾਂ ਦਾ ਅਧਿਕਾਰ ਹੈ ਸੋਸ਼ਲ ਮੀਡੀਆ ਦੇ ਵਿੱਚ, ਚਾਹੇ ਟਵਿੱਟਰ ਹੋਵੇ ਚਾਹੇ ਫੇਸਬੁੱਕ ਹੋਵੇ। ਜੇ ਉਹਨਾਂ ਨੂੰ ਕੁਝ ਲੱਗਦਾ ਹੈ ਕਿ ਕੋਈ ਗਲਤ ਹੈਗਾ, ਜਿਹੜਾ ਉਹਦੀ ਕੰਪਲੇਂਟ ਹੈ, ਜੋ ਮੇਰੇ ਕੋਲ ਜਾਣਕਾਰੀ ਹੈ ਕਿ ਉਹਨਾਂ ਚੀਜ਼ਾਂ ਦੀ ਸਾਰੀ ਇੱਕ ਕੰਪਲੇਂਟ ਜਾਂਦੀ ਹੈ। ਜਦੋਂ ਕੰਪਲੇਂਟ ਜਾਂਦੀ ਹੈ ਫਿਰ ਇਹ ਉਹਦੇ 'ਤੇ ਟਵਿੱਟਰ ਜਾਂ ਫੇਸਬੁੱਕ ਕਾਰਵਾਈ ਕਰਦਾ ਹੈਗਾ। ਸੋ ਕਾਂਗਰਸ ਬੜਾ ਸੰਯੋਜਿਤ ਢੰਗ ਨਾਲ ਪਿਛਲੇ ਦਿਨਾਂ ਤੋਂ ਕੰਮ ਕਰ ਰਹੀ ਹੈ ਔਰ ਫੜੀ ਵੀ ਗਈ ਹੈ। ਸੋ ਇਹ ਚੀਜ਼ਾਂ ਹੌਲੀ ਹੌਲੀ ਤੁਹਾਡੇ ਸਾਹਮਣੇ ਆਉਣੀਆਂ ਹੈਗੀਆਂ, ਅਤੇ ਇਸ 'ਤੇ ਬੜੇ ਅੱਛੇ ਢੰਗ ਨਾਲ ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹਦੇ 'ਤੇ ਬੜੇ ਅੱਛੇ ਢੰਗ ਨਾਲ ਬੋਲੀ ਵੀ ਹੈ ਟੂਲ ਕਿਟ ਵਾਲੇ ਮਾਮਲੇ 'ਤੇ, ਔਰ ਜਾਣਕਾਰੀ ਵੀ ਦਿੱਤੀ ਹੈਗੀ ਹੈ। ਉਹ ਇਹਦੇ 'ਤੇ ਤਾਂ ਮੈਂ ਇੰਨਾ ਹੀ ਕਹਿਣਾ ਹੈਗਾ। ਤੇ ਹੁਣ ਸੋਨੀਆ ਗਾਂਧੀ ਨੇ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ, ਕਹਿੰਦੇ ਕਰੋਨਾ ਦੀ ਵੈਕਸੀਨ ਨੂੰ ਲੈ ਕੇ ਕਿੰਨੀ ਮਾਤਰਾ ਉਹ ਵੀ ਦੱਸੀ ਜਾਵੇ, ਤੇ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਦਵਾਈ ਦੇ ਨਾਲ ਨਾਲ ਜਿਹੜੀ ਆਯੁਸ਼ਮਾਨ ਭਾਰਤ ਸਕੀਮ ਆ ਉਹਦੇ ਵਿੱਚ ਬਲੈਕ ਫੰਗਸ ਨੂੰ ਵੀ, ਜਾਂ ਜਿਹੜਾ ਕਰੋਨਾ ਮਹਾਮਾਰੀ ਆ ਉਹਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ। ਤੇ ਕੀ ਲੱਗਦਾ ਕਿ ਹੁਣ ਕਾਂਗਰਸ ਇਸ ਮਸਲੇ 'ਤੇ ਗੰਭੀਰ ਹੋਈ ਪਈ ਆ? ਕਾਂਗਰਸ ਤਾਂ ਕਦੇ ਵੀ ਦੇਸ਼ ਵਾਸਤੇ ਗੰਭੀਰ ਨਹੀਂ ਸੀ ਜੀ। ਜਿੱਥੋਂ ਤੱਕ ਉਹਨਾਂ ਦਾ ਕੋਈ ਪੱਤਰ ਕੇਂਦਰ ਸਰਕਾਰ ਨੂੰ ਗਿਆ ਹੈ, ਦੇਖੋ ਬਲੈਕ ਫੰਗਸ ਬੜੀ ਗੰਭੀਰ ਬਿਮਾਰੀ, ਇੱਕ ਨਵੀਂ ਜਿਹੜੀ ਪਹਿਲਾਂ ਤੋਂ ਸੁਣੀ ਜ਼ਰੂਰ ਸੀਗੀ ਪਰ ਇਹਦੇ ਕੇਸਿਸ ਕਦੇ ਨਹੀਂ ਦੇਖੇ ਸੀਗੇ, ਔਰ ਉਹ ਹੁਣ ਇੱਕਦਮ ਉਹਦੇ ਕਾਫੀ ਕੇਸਿਸ ਜਿਹੜੇ ਨੇ ਸਾਹਮਣੇ ਆਏ ਨੇ, ਔਰ ਉਹਦੇ ਪਿੱਛੇ ਜੋ ਕਾਰਨ ਨੇ ਉਹ ਸਾਡੇ ਦੇਸ਼ ਦੇ ਵਿਗਿਆਨਿਕ ਔਰ ਡਾਕਟਰ ਸੋਚ ਰਹੇ ਨੇ। ਉਹਦਾ ਵੀ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਨੇ ਇੰਨੀ ਗੰਭੀਰਤਾ ਦਿਖਾਈ ਹੈ ਕਿ ਉਹਨਾਂ ਨੇ 2-3 ਕੰਪਨੀਆਂ ਨੂੰ ਇਸ ਕੰਮ ਵਾਸਤੇ ਬੜੇ ਅੱਛੇ ਫੰਡਿੰਗ ਕੀਤੀ ਹੈਗੀ ਹੈ ਕਿ ਤੁਸੀਂ ਇਹਦੀ ਬਲੈਕ ਫੰਗਸ ਵਾਸਤੇ ਵੀ ਕੁਛ ਨਾ ਕੁਛ, ਜੋ ਇਹਦੀ ਦਵਾਈ ਹੈ, ਜੋ ਇਹਦਾ ਵੈਕਸੀਨ ਹੈ ਜਾਂ ਹੋਰ ਆ, ਉਹ ਕੱਢੋ। ਉਹਦੇ ਵਾਸਤੇ ਕੇਂਦਰ ਸਰਕਾਰ, ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਗੰਭੀਰ ਨੇ, ਉਹ 24 ਆਵਰ ਇਹਦੇ 'ਤੇ ਇੰਨਾ ਉਹ ਬਰੀਕੀ ਨਾਲ ਵਰਕ ਕਰਦੇ ਨੇ। ਅਜੇ ਪਰਸੋਂ ਦੀ ਇੱਕ ਘਟਨਾ ਜਿਹੜੀ ਆ ਉੜੀਸਾ ਦੇ ਮੁੱਖ ਮੰਤਰੀ ਦਾ, ਜਦੋਂ ਰਾਤ ਨੂੰ ਪ੍ਰਧਾਨ ਮੰਤਰੀ ਜੀ ਨੂੰ ਫੋਨ ਗਿਆ 12 ਵਜੇ, ਅਤੇ ਉਹਨਾਂ ਦਾ ਕੁਛ ਮੈਡੀਸਨ ਮੰਗਵਾਉਣ ਵਾਸਤੇ ਕਿਸੇ ਢੰਗ ਨਾਲ ਉਹ ਏਅਰਪੋਰਟ 'ਤੇ ਰੁਕ ਗਈਆਂ ਸੀ, ਅਤੇ ਕਿਸ ਗੰਭੀਰਤਾ ਦੇ ਨਾਲ 4 ਘੰਟੇ ਦੇ ਵਿੱਚ ਹੀ ਉਹਨਾਂ ਨੇ ਉਹਨੂੰ ਉੱਥੇ ਤੱਕ ਪਹੁੰਚਦਾ ਕਰਤਾ ਜਿੱਥੇ ਤੱਕ ਉਹ ਪਹੁੰਚਾਉਣੀਆਂ ਜ਼ਰੂਰੀ ਸੀਗੀਆਂ। ਇਹ ਪ੍ਰਧਾਨ ਮੰਤਰੀ ਦੀ ਬੜੀ ਵੱਡੀ ਦੇਣ ਸੀਗੀ। ਸੋ ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਕਸੀਜਨ ਜਲਦੀ ਤੋਂ ਜਲਦੀ ਹਰ ਜਗ੍ਹਾ 'ਤੇ ਪਹੁੰਚੇ, ਉਹਦੇ ਵਾਸਤੇ ਜੋ ਵਿਵਸਥਾਵਾਂ ਹੋ ਸਕਦੀਆਂ ਸੀ, ਚਾਹੇ ਉਹ ਰੇਲ ਪ੍ਰਬੰਧ ਹੈ, ਚਾਹੇ ਉਹ ਬਾਈ ਰੋਡ ਜਾਣਾ ਹੈ, ਉਹ ਕਿੱਦਾਂ ਜਾਣਾ ਹੈ, ਔਰ ਇਹਦੇ ਨਾਲ ਨਾਲ ਬਾਕੀ ਜੋ ਚੀਜ਼ਾਂ ਦੀ ਜ਼ਰੂਰਤ ਹੈ, ਚਾਹੇ ਉਹ ਵੈਕਸੀਨ ਦੀ ਜ਼ਰੂਰਤ ਹੈ, ਚਾਹੇ ਉਹ ਬੈੱਡਾਂ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਬੈੱਡ ਬਚ ਸਕਦੇ ਆ, ਉਹ ਸਾਰੀਆਂ ਚੀਜ਼ਾਂ 'ਤੇ ਬੜੀ ਗੰਭੀਰਤਾ ਦੇ ਨਾਲ ਕੰਮ ਕਰਦੇ ਨੇ। ਔਰ ਬਲੈਕ ਫੰਗਸ 'ਤੇ ਵੀ ਉਹਨਾਂ ਨੇ ਕੱਲ੍ਹ ਬੜੀ ਜਲਦੀ ਐਕਸ਼ਨ ਕੀਤਾ ਔਰ ਉਹਦੇ ਵਾਸਤੇ ਵੀ ਉਹਨਾਂ ਨੇ ਬੜੀ ਗੰਭੀਰਤਾ ਦਿਖਾਈ ਹੈ। ਔਰ ਜਿੱਥੋਂ ਤੱਕ ਲੋਕਾਂ ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਗੱਲ ਹੈ, ਇਹ ਕੇਂਦਰ ਸਰਕਾਰ ਹੈ ਜਿਹਨੇ ਜਦੋਂ ਪਿਛਲੀ ਵਾਰੀ ਵੀ 8 ਮਹੀਨੇ ਵਾਸਤੇ ਗਰੀਬ ਵਾਸਤੇ ਰਾਸ਼ਨ ਫ੍ਰੀ ਭੇਜਦਾ ਸੀਗਾ, ਹੁਣ ਫਿਰ 2 ਮਹੀਨੇ ਵਾਸਤੇ ਭੇਜਿਆ ਹੈ, ਔਰ ਇਹ ਆਉਣ ਵਾਲੇ ਸਮੇਂ 'ਚ ਜੇ ਲੱਗੂਗਾ ਇਹਦੀ ਹੋਰ ਜ਼ਰੂਰਤ ਹੈ ਤਾਂ ਕੇਂਦਰ ਸਰਕਾਰ ਉਹ ਵੀ ਕਰਨ ਵਾਲੀ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿੱਦਾਂ ਦੀ ਵੀ ਰਾਹਤ ਦੇਣ ਦੀ ਜ਼ਰੂਰਤ ਹੁੰਦੀ ਹੈ ਕੇਂਦਰ ਸਰਕਾਰ ਕਰਦੀ ਹੈਗੀ ਹੈ। ਸਵਾਲ ਤਾਂ ਇਹ ਹੈ ਕਿ ਸੋਨੀਆ ਗਾਂਧੀ ਜੀ ਇਹ ਦੱਸਣ ਕਿ ਜਿੱਥੇ ਉਹਨਾਂ ਦੀਆਂ ਸਰਕਾਰਾਂ ਹੈ, ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹੈ, ਕੋਈ ਅੰਕੜਾ ਦੱਸ ਸਕਦੇ ਨੇ ਕਿ ਉਹਨਾਂ ਦੀ ਸਰਕਾਰਾਂ ਨੇ ਕਿੰਨੀ ਏਡ ਜਿਹੜੀ ਹੈਗੀ ਆ ਉਹ ਸੂਬਾ ਸਰਕਾਰਾਂ ਨੂੰ ਦਿੱਤੀ, ਸੂਬੇ ਦੇ ਲੋਕਾਂ ਨੂੰ ਦਿੱਤੀ ਹੈ? ਮੈਂ ਤਾਂ ਪਹਿਲੇ ਤੁਸੀਂ ਮੈਨੂੰ ਸਵਾਲ ਕੀਤਾ ਅਤੇ ਮੈਂ ਤਾਂ ਪਹਿਲੀ ਗੱਲ ਪੰਜਾਬ ਦੀ ਕੀਤੀ ਕਿ ਦੱਸੋ ਇੱਥੇ ਕੀ ਕਰ ਰਹੇ ਨੇ ਉਹ? ਇੱਥੇ ਆਪੋ ਧਾਪੀ ਪਈ ਹੋਈ ਆ, ਆਪਸ 'ਚ ਲੜੀ ਜਾਂਦੇ ਨੇ। ਬੈੱਡ ਲੋਕਾਂ ਨੇ, ਜੇ ਇੱਥੇ ਪੰਜਾਬੀਆਂ ਦਾ ਜੋ ਸੁਭਾਅ ਆ, ਜਿਹੜੀ ਸੇਵਾ ਕਰਨ ਦਾ ਸੁਭਾਅ ਹੈ, ਜੇ ਉਹ ਸੁਭਾਅ ਨਾ ਹੋਵੇ ਤਾਂ ਪੰਜਾਬ ਦੇ ਵਿੱਚ ਤਾਂ ਤਰਾਈ ਹੋ ਜੇ। ਜੋ ਪੰਜਾਬ ਦੇ ਜਿਸ ਤਰ੍ਹਾਂ ਰਾਮ ਭਰੋਸੇ ਚੱਲਦਾ ਉਹਨਾਂ ਦਾ ਕੰਮ, ਅਤੇ ਇੱਥੇ ਤਾਂ ਤਰਾਈ ਹੋ ਜੇ। ਸੋ ਇਸ ਕਰਕੇ ਜਰਾ ਸੋਨੀਆ ਗਾਂਧੀ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਉਹ ਪਹਿਲਾਂ ਇਹ ਵਿਚਾਰ ਕਰੇ ਕਿ ਜਿੱਥੇ ਉਹਨਾਂ ਦੀਆਂ ਸਰਕਾਰਾਂ ਹੈ ਉਹ ਕੀ ਕੰਮ ਕਰ ਰਹੀਆਂ। ਇਹਦਾ ਅੰਕੜਾ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਗਰੀਬਾਂ ਵਾਸਤੇ ਇਹ ਕੰਮ ਕੀਤੇ ਨੇ। ਅੱਜ ਕੋਵਿਡ ਦੇ ਨਾਲ ਜਿਹੜੇ ਕੋਵਿਡ 'ਚ ਉਲਝੇ ਹੋਏ ਲੋਕ ਨੇ ਉਹਨਾਂ ਵਾਸਤੇ ਇਹ ਕੀਤੇ ਨੇ। ਇੱਥੇ ਤਾਂ ਦੁਕਾਨਦਾਰ ਵਿਚਾਰੇ ਗਾਲਾਂ ਕੱਢੀ ਜਾਂਦੇ ਨੇ ਪੰਜਾਬ ਵਾਲੇ, ਉਹਨਾਂ ਵਾਸਤੇ ਵੀ ਕੋਈ ਠੋਸ ਨੀਤੀ ਨਹੀਂ ਬਣਾ ਸਕੇ ਇਹ। ਇਸ ਕਰਕੇ ਮੈਂ ਇਹ ਸਮਝਦਾ ਕਿ ਸੋਨੀਆ ਗਾਂਧੀ ਜੀ ਨੂੰ ਇਹਨਾਂ ਗੱਲਾਂ 'ਤੇ ਵਿਚਾਰ ਕਰਨਾ ਚਾਹੀਦਾ। ਜੇ ਉਹਨਾਂ ਨੇ ਪੱਤਰ ਕੋਈ ਮੋਦੀ ਜੀ ਨੂੰ ਲਿਖਿਆ ਤਾਂ ਉਹ ਅੱਛੇ ਢੰਗ ਨਾਲ ਜੋ ਜ਼ਰੂਰਤ ਆ ਉਹ ਪੂਰਨ ਕਰਨ ਵਾਲੀ ਸਰਕਾਰ ਹੈ। ਚਲੋ ਗੁਪਤਾ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਤਾਂ ਫਿਰ ਹੁਣ ਦੇਖਾਂਗੇ ਕਿ ਪੰਜਾਬ ਦੇ ਜਿਹੜੇ ਮਸਲੇ ਪਖਰੇ ਨੇ ਸਿਆਸੀ ਤੌਰ 'ਤੇ, ਤੇ ਜਿਸ ਤਰੀਕੇ ਨਾਲ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ, ਤੇ ਹੁਣ ਬਲੈਕ ਫੰਗਸ ਨੂੰ ਲੈ ਕੇ ਵੀ ਸਿਆਸੀ ਤੌਰ 'ਤੇ ਸਿਆਸੀ ਰੋਟੀਆਂ ਖੂਬ ਸੇਕੀਆਂ ਜਾ ਰਹੀਆਂ ਨੇ। ਪਰ ਵੇਖਣਾ ਹੋਏਗਾ ਕਿ ਹਾਲਾਤ ਕਿਵੇਂ ਕੰਟਰੋਲ 'ਚ ਆਉਂਦੇ ਨੇ। ਮੈਂ ਸੁਨੀਲ ਕੁਮਾਰ, ਮੇਰੇ ਨਾਲ ਕੈਮਰਾਮੈਨ ਅਮਨਦੀਪ, ਜਗਬਾਣੀ TV ਚੰਡੀਗੜ੍ਹ।